ਸ਼ਰਾਬ ਦੀ ਵਿਕਰੀ ਪੰਜਾਬ ਦੇ ਵਿੱਚ ਸਮਗਲਿੰਗ ਇਸ ਕਰਕੇ ਹੁੰਦੀ ਹੈ ਕਿਉਂਕਿ ਰੈਵਨਿਊ ਚੋਰੀ ਕੀਤਾ ਜਾਂਦਾ ਹੈ। ਸ਼ਰਾਬ ਵੇਚਣ ਵਾਲੇ ਜਿਹੜੇ ਲੋਕ ਨੇ ਜਾਂ ਸ਼ਰਾਬ ਦੇ ਧੰਦੇ ਦੇ ਪਿੱਛੇ ਜਿਹੜੇ ਲੋਕ ਨੇ ਉਹ ਵਿਧਾਨ ਸਭਾ 'ਚ ਬੈਠੇ ਹੈ, ਉਹ ਪੰਜਾਬ ਦੇ ਮੁੱਖ ਮੰਤਰੀ ਦੇ ਗਲਿਆਰਿਆਂ 'ਚ ਬੈਠੇ ਹੈ। ਅੱਜ ਸਾਰਾ ਪੰਜਾਬ ਤੜਪ ਰਿਹਾ ਹੈ। ਬੇਰੁਜ਼ਗਾਰੀ ਜਿਹੜੀ ਹੈਗੀ ਹੈ ਕਿੰਨੀ ਵੱਧ ਚੁੱਕੀ ਹੈ। ਇੱਕ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਇਹ ਸਰਕਾਰਾਂ ਲੋਕਾਂ ਦੇ ਭਲੇ ਵਾਸਤੇ ਨਹੀਂ ਬਣਦੀਆਂ। ਇਹ ਸਰਕਾਰ ਜਦੋਂ ਬਣਨੀ ਹੁੰਦੀ ਹੈ ਉਦੋਂ ਪਹਿਲਾਂ ਇਹ ਡਿਸਾਈਡ ਹੋ ਜਾਂਦਾ ਹੈ ਕਿ ਕਿਹਨੇ ਰੇਤਾ ਬਜਰੀ ਦਾ ਕਾਰੋਬਾਰ ਕਰਨਾ ਹੈ, ਕਿਹਨੇ ਸ਼ਰਾਬ ਦਾ ਕਾਰੋਬਾਰ ਕਰਨਾ ਹੈ, ਕਿਹਨੇ ਬਦਲੀਆਂ 'ਚੋਂ ਪੈਸੇ ਲੈਣੇ ਹੈ। ਕਿ ਤੁਸੀਂ ਰੇਤਾ ਬਜਰੀ ਸ਼ਰਾਬ ਟਰਾਂਸਪੋਰਟ ਤੇ ਬਿਜਲੀ ਇਹ ਤੋਂ ਆਉਂਦਾ ਰੈਵਨਿਊ ਜਿਹੜਾ 1.5 ਲੱਖ ਕਰੋੜ ਰੁਪਈਆ ਹੋ ਸਕਦਾ ਹੈ, ਉਹਦੇ ਮੁਕਾਬਲੇ ਤੇ ਤੁਸੀਂ ਕਿਸਾਨਾਂ ਦੀ ਮੰਡੀ ਤੋਂ 4000 ਕਰੋੜ ਰੁਪਈਆ ਕਿਉਂ ਇਕੱਠਾ ਕਰਦੇ ਹੋ? ਤੁਸੀਂ ਬਿਲਕੁਲ ਉੱਥੋਂ ਉਹਨੂੰ ਟੈਕਸ ਫ੍ਰੀ ਕਰੋ। ਇਹ ਪੋਲੀਟੀਕਲ ਪਾਰਟੀਆਂ ਅੰਦਰੋਂ ਇੱਕ ਦੂਜੇ ਦੇ ਨਾਲ ਇੱਕਮਿਕ ਨੇ, ਬਾਹਰੋਂ ਨੂਰਾ ਕੁਸ਼ਤੀ ਲੜ ਕੇ ਇੱਕ ਲੜਾਈ ਬਣਾ ਕੇ ਤੁਹਾਡੇ ਜਜ਼ਬਾਤਾਂ ਨੂੰ ਭੜਕਾ ਕੇ। ਹੁਣ ਮਿਸਾਲ ਦੇ ਤੌਰ ਤੇ ਅੱਜ ਦੇਸ਼ 'ਚ ਇੱਕ ਫਿਰਕਾ ਪ੍ਰਸਤ ਰਾਜਨੀਤੀ ਚੱਲ ਰਹੀ ਹੈ। ਇਹ ਰਾਜਨੀਤੀ ਪਹਿਲੀਆਂ ਸਰਕਾਰਾਂ ਨੇ ਵੀ ਕੀਤੀ ਹੈ, ਮੌਜੂਦਾ ਸਰਕਾਰ ਵੀ ਕਰ ਰਹੀ ਹੈ। ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਸਮੇਂ-ਸਮੇਂ ਤੇ ਲਹਿਰਾਂ ਉੱਠਦੀਆਂ ਰਹੀਆਂ ਨੇ। ਲੋਕਾਂ ਨੂੰ ਜਾਗਰੂਕ ਕਰਨ ਲਈ ਕੁਝ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵੀ ਲਹਿਰਾਂ ਚਲਾਉਂਦੀਆਂ ਰਹੀਆਂ ਨੇ। ਪੰਜਾਬ ਦਾ ਇਤਿਹਾਸ ਇਹ ਕਹਿੰਦਾ ਹੈ। ਤੇ ਹੁਣ ਅਸੂਲ ਮੰਚ ਦੇ ਜੋ ਕਨਵੀਨਰ ਨੇ ਬਲਵਿੰਦਰ ਸਿੰਘ, ਉਹ ਸਾਡੇ ਨਾਲ ਮੌਜੂਦ ਨੇ, ਜੋ ਕਿ ਇੱਕ ਲਹਿਰ ਦੀ ਸ਼ੁਰੂਆਤ ਕਰਨ ਜਾ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ, ਆਖਿਰ ਲਹਿਰ ਕੀ ਹੋਏਗੀ, ਮਕਸਦ ਕੀ ਹੋਏਗਾ ਇਹਨਾਂ ਦਾ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਿੱਧੇ ਸਾਡੇ ਨਾਲ ਜੁੜੇ ਹੋਏ ਨੇ ਬਲਵਿੰਦਰ ਜੀ। ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਜਗਬਾਣੀ ਤੇ। ਵਿਕਰਮ ਜੀ ਬਹੁਤ ਬਹੁਤ ਸ਼ੁਕਰੀਆ, ਔਰ ਜਗਬਾਣੀ ਅਦਾਰੇ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਜਗਬਾਣੀ ਅਦਾਰੇ ਨੇ ਹਮੇਸ਼ਾ ਅਸੂਲ ਮੰਚ ਦਾ ਸਾਥ ਦਿੱਤਾ ਹੈ ਔਰ ਹੁਣ ਲੋਕ ਅਧਿਕਾਰ ਲਹਿਰ ਦਾ ਵੀ ਸਾਥ ਦੇ ਰਹੇ ਹੈ। ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਔਰ ਸਰੋਤਿਆਂ ਦਾ ਵੀ ਧੰਨਵਾਦ ਕਰਦੇ ਹਾਂ। ਲੋਕ ਅਧਿਕਾਰ ਲਹਿਰ ਜਿੱਦਾਂ ਕਿ ਨਾਮ ਤੋਂ ਹੀ ਵੈਸੇ ਤਾਂ ਸਪਸ਼ਟ ਹੁੰਦਾ, ਪਰ ਮਕਸਦ ਕੀ ਰਹੇਗਾ, ਮੁੱਦੇ ਕੀ ਰਹਿਣਗੇ ਤੁਹਾਡੇ, ਔਰ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਸ਼ੁਰੂਆਤ ਕਰਨ ਜਾ ਰਹੇ ਹੋ? ਦੇਖੋ, ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ ਇਹਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਲੋਕਾਂ ਦੇ ਅਧਿਕਾਰਾਂ ਲਈ ਕੰਮ ਕਰੇਗੀ। ਇਹਦੇ ਵਿੱਚ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ 4.5 ਸਾਲਾਂ ਤੋਂ ਇੱਕ ਅਸੂਲ ਮੰਚ ਬਣਾ ਕੇ ਜਿਹੜਾ ਕਿ ਦਿਵਿਆਂਗ ਲੋਕਾਂ ਦਾ ਇੱਕ ਸੰਗਠਨ ਸੀ, ਉਹਦੇ ਵਿੱਚ ਅਸੀਂ ਸਰਕਾਰ ਨਾਲ ਕਈ ਤਰ੍ਹਾਂ ਦੀ ਗੱਲਬਾਤ ਕੀਤੀ ਔਰ ਕੁਛ ਉਹਦੇ ਵਿੱਚ ਪ੍ਰਾਪਤੀਆਂ ਵੀ ਹੋਈਆਂ ਤੇ ਬਹੁਤ ਸਾਰੇ ਮਸਲੇ ਇਹੋ ਜਿਹੇ ਸੀ ਕਿ ਜਿਹੜੀ ਸਰਕਾਰ ਦੀ ਲਾਪਰਵਾਹੀ ਕਰਕੇ ਅੱਜ ਦਿਵਿਆਂਗਾਂ ਦੇ ਹੱਲ ਨਹੀਂ ਹੋਏ। ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹਨਾਂ ਦਾ ਨੌਕਰੀਆਂ ਦਾ ਬੈਕਲੌਗ ਸੀ ਦਿਵਿਆਂਗਾਂ ਦਾ, ਔਰ ਉਹਦੇ 'ਚ ਕੋਈ 6000 ਪੋਸਟਾਂ ਬਕਾਇਆ ਸੀ, ਉਹਦੇ 'ਚੋਂ 32-3300 ਨੌਕਰੀਆਂ ਜਿਹੜੀਆਂ ਸਰਕਾਰ ਨੇ ਦਿੱਤੀਆਂ। ਉਸ ਸੰਘਰਸ਼ ਤੋਂ ਬਾਅਦ ਪੰਜਾਬ ਦੇ ਵਿੱਚ ਪੈਨਸ਼ਨ ਜਿਹੜੀ ਆ ਉਹ 250 ਰੁਪਏ ਤੋਂ 750 ਰੁਪਏ ਹੋਈ। ਦਿਵਿਆਂਗ ਲੋਕਾਂ ਦੇ ਲਈ ਜਿਹੜਾ ਚੋਣ ਮੈਨੀਫੈਸਟੋ ਸੀਗਾ ਉਹ ਅਸੂਲ ਮੰਚ ਨੇ ਜਿਹੜਾ ਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਹਾਂ ਤੋਂ ਜਾਰੀ ਕਰਵਾਇਆ। ਪਰ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਸੀ, ਮੁਹੱਲਿਆਂ 'ਚ ਜਾਂਦੇ ਸੀ ਤਾਂ ਬਹੁਤ ਸਾਰੇ ਹੋਰ ਮਸਲੇ ਸਾਹਮਣੇ ਆਉਂਦੇ ਸੀ। ਤਾਂ ਉੱਥੋਂ ਫਿਰ ਇੱਕ ਮਨ ਦੇ ਵਿੱਚ ਇੱਕ ਚੇਤਨਾ ਜਿਹੜੀ ਸੀ ਪੈਦਾ ਹੋਈ ਕਿ ਪੰਜਾਬ ਦੇ ਸਮੁੱਚੇ ਮਸਲਿਆਂ ਨੂੰ ਐਡਰੈਸ ਕਰਨ ਵਾਸਤੇ ਜਿਹੜਾ ਹੈਗਾ ਕੋਈ ਲਹਿਰ ਪੰਜਾਬ ਦੇ ਵਿੱਚ ਸ਼ੁਰੂ ਕਰਨੀ ਲੋੜੀਂਦੀ ਹੈ। ਤੁਹਾਡੇ ਨਾਲ ਵੀ ਉਹ ਲੋਕ ਸਪੋਰਟ ਕਰਨਗੇ, ਕਿਉਂਕਿ ਜਦੋਂ ਕਿਸੇ ਲਹਿਰ ਦੀ ਸ਼ੁਰੂਆਤ ਹੁੰਦੀ ਹੈ ਤਾਂ ਅਨੁਭਵੀ ਲੋਕ ਜਿਨ੍ਹਾਂ ਦਾ ਐਕਸਪੀਰੀਅੰਸ ਹੁੰਦਾ ਮਸਲੇ ਨੂੰ ਟੈਕਲ ਕਰਨ ਦਾ, ਲੋਕਾਂ ਨੂੰ ਟੈਕਲ ਕਰਨ ਦਾ, ਖਾਸ ਤੌਰ ਤੇ ਉਹ ਲੋਕ ਜ਼ਰੂਰ ਨਾਲ ਹੋਣੇ ਚਾਹੀਦੇ ਆ। ਨਹੀਂ ਤਾਂ ਬਹੁਤ ਸਾਰੇ ਅੰਦੋਲਨ ਵੀ ਦੇਖੇ, ਤੁਸੀਂ ਵੀ ਦੇਖੇ ਹੋਣੇ, ਅਸੀਂ ਵੀ ਦੇਖੇ, ਬਹੁਤ ਸਾਰੇ ਅੰਦੋਲਨ ਫਲॉप ਹੁੰਦੇ ਹੋਏ ਵੀ ਦੇਖੇ ਆ। ਤੇ ਇਹੋ ਜਿਹੇ ਲੋਕ, ਤਜਰਬੇਕਾਰ ਲੋਕ, ਐਕਸਪੀਰੀਅੰਸ ਹੋਲਡਰ ਲੋਕ ਵੀ ਹੈਗੇ ਨੇ ਤੁਹਾਡੇ ਕੋਲ, ਜਿੱਦਾਂ ਡਾਕਟਰ ਸਰਦਾਰਾ ਸਿੰਘ ਜੌਲ। ਬਿਲਕੁਲ, ਡਾਕਟਰ ਸਰਦਾਰਾ ਸਿੰਘ ਜੌਲ ਹੋਰਾਂ ਨਾਲ ਪਿਛਲੇ ਸਾਲ ਇਸ ਲੋਕ ਅਧਿਕਾਰ ਲਹਿਰ ਦੀ ਸ਼ੁਰੂਆਤ ਕੀਤੀ ਸੀ। ਪਰ ਅੱਜ ਇਸ ਕਾਫਲੇ ਦੇ ਵਿੱਚ ਬਹੁਤ ਸਾਰੇ ਫੌਜ ਦੇ ਜਿਹੜੇ ਹੈਗੇ ਨੇ ਕਰਨਲ, ਬਰਗੇਡੀਅਰ, ਜਰਨਲ, ਠੀਕ ਹੈ, ਉਹਨਾਂ ਤੋਂ ਇਲਾਵਾ ਰਿਟਾਇਰਡ IAS ਅਫਸਰ। ਇਸੇ ਤਰ੍ਹਾਂ ਆਪਾਂ ਡਾਕਟਰੀ ਖੇਤਰ ਦੇ ਵਿੱਚ ਗੱਲ ਕਰ ਲਈਏ ਤਾਂ ਡਾਕਟਰ ਸ਼ਵਿੰਦਰ ਸਿੰਘ ਗਿੱਲ ਜਿਹੜੇ ਨੇ ਵਾਈਸ ਚਾਂਸਲਰ ਰਹੇ ਆ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ, ਉਹ ਤੋਂ ਇਲਾਵਾ ਹੈੱਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋਏ ਆ PGI ਚੋਂ। ਇਸੇ ਤਰ੍ਹਾਂ ਡਾਕਟਰ RS ਬੋਪਾ ਰਾਏ ਨੇ, ਡਾਕਟਰ ਹਰਸ਼ਿੰਦਰ ਕੌਰ ਨੇ। ਸੋ ਇਹਨਾਂ ਸਾਰੇ ਬੰਦਿਆਂ ਦੀਆਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਸ ਡਾਕਟਰ ਸਰਦਾਰਾ ਸਿੰਘ ਜੌਲ ਨਾਲ ਹੋ ਚੁੱਕੀਆਂ। ਸੋ ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ ਉਹ ਆਪਣੇ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਹਫਤੇ ਦੇ ਵਿੱਚ ਜਿਹੜਾ ਹੈਗਾ ਇੱਕ ਸੰਗਠਨਾਤਮਕ ਢਾਂਚਾ ਪੰਜਾਬ 'ਚ ਖੜਾ ਕਰਨ ਜਾ ਰਹੀ ਹੈ, ਜਿਹਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਅਸੀਂ 100 ਮੈਂਬਰ ਜਿਹੜਾ ਹੈਗਾ ਉਹ ਬਣਾ ਰਹੇ ਹਾਂ। ਉਹ ਲਗਭਗ ਬੰਦੇ ਇੱਕ ਵਾਰੀ ਜੁੜ ਚੁੱਕੇ ਨੇ। ਤਾਂ 2200 ਬੰਦਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕੋ ਵਾਰ ਕੰਮ ਕਰਨ ਲੱਗੇਗਾ।
ਉਹਦੇ ਤੋਂ ਇਲਾਵਾ 30 ਮੈਂਬਰੀ 31 ਮੈਂਬਰੀ 35 ਮੈਂਬਰੀ ਜਿੰਨੇ ਵੀ ਬੰਦੇ ਅਸੀਂ ਸੂਬਾ ਪੱਧਰ ਦੇ ਉੱਤੇ ਜਿਹੜੇ ਬੰਦੇ ਉੱਥੇ ਸੂਬਾ ਪੱਧਰ ਤੇ ਕੰਮ ਕਰ ਸਕਦੇ ਆ ਜਾਂ ਚਿਹਰੇ ਬਣ ਸਕਦੇ ਆ ਜਾਂ ਜਿਨ੍ਹਾਂ ਤੇ ਪੰਜਾਬ ਦੇ ਲੋਕ ਭਰੋਸਾ ਕਰ ਸਕਦੇ ਆ, ਅਸੀਂ ਉਹਨਾਂ ਨੂੰ ਇੱਕ ਸੂਬਾ ਪੱਧਰੀ ਕਮੇਟੀ ਬਣਾ ਕੇ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ 'ਚ ਇੱਕ ਲੋਕ ਅਧਿਕਾਰ ਲਹਿਰ ਸ਼ੁਰੂ ਕਰਾਂਗੇ। ਮਕਸਦ ਕੀ ਰਹੂਗਾ? ਮੈਂ ਪਹਿਲਾਂ ਵੀ ਤੁਹਾਡੇ ਤੋਂ ਸਵਾਲ ਕੀਤਾ, ਮਕਸਦ ਕੀ ਰਹੂਗਾ? ਕਿਉਂਕਿ ਲੋਕ ਅਧਿਕਾਰ ਲਹਿਰ ਵੈਸੇ ਤਾਂ ਨਾਮ ਤੋਂ ਸਪਸ਼ਟ ਆ, ਪਰ ਮੁੱਦੇ ਕਿਹੜੇ ਚੁੱਕੋਗੇ ਤੁਸੀਂ? ਕਿਉਂਕਿ ਪਾਰਟੀਆਂ ਬਣਦੀਆਂ, ਗੱਲਾਂ ਕੁਝ ਹੋਰ ਕੀਤੀਆਂ ਜਾਂਦੀਆਂ, ਬਹੁਤ ਸਾਰੀਆਂ ਪਾਰਟੀਆਂ ਵੀ, ਔਰ ਤੁਸੀਂ ਇਲੈਕਸ਼ਨ ਲੜਨ ਦਾ ਵੀ ਮੂਡ ਹੈ, ਕਿਉਂਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਹਰ ਜ਼ਿਲ੍ਹੇ ਨੂੰ ਟੱਚ ਕਰਨ ਦੀ ਕੋਸ਼ਿਸ਼ ਹੈ ਤੁਹਾਡੀ। ਦੇਖੋ ਵਿਕਰਮ ਜੀ, ਉਹਦੇ ਵਿੱਚ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਇੰਨੇ ਬੁਰੇ ਹੋ ਗਏ ਹੈ ਕਿ ਅਸੀਂ ਪੰਜਾਬ ਨੂੰ ਛੱਡ ਕੇ ਭੱਜਣਾ ਸ਼ੁਰੂ ਕਰਤਾ। ਉਹ ਧਰਤੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਉਹ ਧਰਤੀ ਜਿੱਥੇ ਅਸੀਂ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਣਾ, ਕਿਉਂਕਿ 1947 'ਚ ਬਹੁਤ ਸਾਰੇ ਸਾਡੇ ਗੁਰਧਾਮ ਸੀ ਜਿਹੜੇ ਉਹ ਪਾਕਿਸਤਾਨ 'ਚ ਰਹਿ ਗਏ। ਅਰਦਾਸ ਆਪਾਂ ਉਹਨਾਂ ਦੇ ਦਰਸ਼ਨਾਂ ਦੀ ਕਰਦੇ ਹਾਂ, ਪਰ ਉਸ ਧਰਤੀ ਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਉਹਨੂੰ ਅਸੀਂ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ ਹੈ। ਸੋ किसी शायर ने कहा कि घबरा कर कह दिया कि मर जाएंगे, मर कर भी अगर चैन ना आया तो किधर जाएंगे। हुण तुसीं जाणदे आ कि अमरीका की पिछली चोण जिहड़ी हैगी है वो इस गल ते लड़ी गई कि अमरीका अमरीकियां लई ट्रंप ये जिहड़ा सीगा लोकां दे विच कंसैप्ट लैके आए। सो पिछले दिनों मैं अखबार च पढ़ रहा सी कि एक भारती जी ने 60 साल पहलां जाके उत्थे होटल पाया सी, उहदा होटल साड़ दिता गया। कहण दा भाव ये है कि जे असीं बाहर भੱਜ जांगे उत्थे हालात खराब होए ਤਾਂ ਵਾਪਸ ਮੁੜਾਂਗੇ ਉਦੋਂ ਤੱਕ ਪੰਜਾਬ ਸਾਡੇ ਹੱਥਾਂ ਚੋਂ ਨਿਕਲ ਚੁੱਕਾ ਹੋਏਗਾ। ਸੋ ਅੱਜ ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਐਜੂਕੇਸ਼ਨ, ਹੈਲਥ, ਖੇਤੀ, ਟਰਾਂਸਪੋਰਟ ਨੀਤੀ, ਇਹ ਕਹਿ ਲਓ ਕਿ ਸਾਰਾ ਕੁਝ ਜਿਹੜਾ ਹੈਗਾ ਉਹ ਜਿਹੜਾ ਹੌਚ-ਪੌਚ ਹੋਇਆ ਪਿਆ। ਕਿਸੇ ਵੀ ਖੇਤਰ ਦੇ ਵਿੱਚ ਪੰਜਾਬ ਜਿਹੜਾ ਉੱਪਰ ਵੱਲ ਨਹੀਂ ਜਾ ਰਿਹਾ, ਰਸਾਤਲ ਵੱਲ ਜਾ ਰਿਹਾ। ਅੱਜ ਪੰਜਾਬ ਦੇ ਸਾਰੇ ਅਸੋਸੇ ਜਿੰਨੇ ਅਸਾਸੇ ਨੇ, ਜਿੰਨੇ ਸੋਮੇ ਨੇ ਆਰਥਿਕਤਾ ਦੇ, ਉਹ ਸਾਰੇ ਵੇਚ ਦਿੱਤੇ ਗਏ ਹੈ, ਉਹਨਾਂ ਦੇ ਨਾਂ ਦੇ ਉੱਤੇ ਕਰਜ਼ੇ ਲੈ ਲਏ ਗਏ ਹੈ। ਸੋ ਕਹਿਣ ਦਾ ਭਾਵ ਕਿ ਸਰਕਾਰ 3 ਦਿਨ ਪਹਿਲਾਂ ਅਖਬਾਰਾਂ 'ਚ ਖਬਰਾਂ ਆਈਆਂ ਸੀ ਕਿ ਜਿਹੜੇ B ਕਲਾਸ ਤੇ A ਕਲਾਸ ਦੇ ਅਫਸਰ ਆ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਸਕਦੀ, ਉਹ ਪੈਸਾ ਆਏਗਾ ਤੇ ਤਨਖਾਹ ਦੇਣਗੇ। ਓਵਰਡਰਾਫਟ ਕਿੰਨੇ ਸਾਲਾਂ ਤੋਂ ਚੱਲ ਰਿਹਾ। ਸੋ ਸਾਡੀ ਕਮਾਈ 50,000 ਕਰੋੜ ਰੁਪਈਆ ਤੇ ਕਰਜ਼ਾ ਪੌਣੇ 3 ਲੱਖ ਕਰੋੜ ਰੁਪਈਆ। ਸੂਬੇ ਦਾ ਖਰਚਾ ਮਿਨੀਮਮ 75,000 ਕਰੋੜ ਰੁਪਈਆ। ਸੋ 25,000 ਕਰੋੜ ਦਾ ਜਿਹੜਾ ਡਿਫਰੈਂਸ ਹੈ ਉਹ ਕਿਸ ਤਰ੍ਹਾਂ ਨਿਕਲੇਗਾ? ਕਿਉਂਕਿ ਖਰਚੇ ਤਾਂ ਹਰ ਮਹੀਨੇ ਪੈਣੇ ਨੇ। ਸੋ ਸੂਬੇ ਦੇ ਕੋਲੇ ਜਿਹੜੀਆਂ ਜਾਇਦਾਦਾਂ ਸੀ ਉਹ ਸਰਕਾਰਾਂ ਨੇ ਵੇਚ ਦਿੱਤੀਆਂ, ਬਾਕੀਆਂ ਤੇ ਕਰਜ਼ਾ ਚੁੱਕ ਲਿਆ। ਸੋ ਹਾਲਾਤ ਜਿਹੜੇ ਹੈਗੇ ਆ, ਅੱਜ ਪੰਜਾਬ ਡੁੱਬ ਰਿਹਾ ਹੈ, ਭਾਰਤ ਡੁੱਬ ਰਿਹਾ ਹੈ। ਇਸ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ? ਦੇਖੋ, ਜ਼ਿੰਮੇਵਾਰ ਤਾੜੀ ਜਿਹੜੀ ਹੈਗੀ ਆ ਉਹ ਇੱਕ ਹੱਥ ਤੋਂ ਨਹੀਂ ਵੱਜਦੀ। ਜ਼ਿੰਮੇਵਾਰ ਜਿਹੜੇ ਨੇ ਹਾਲਾਤ ਨੇ, ਸਾਡੀ ਅਨਪੜ੍ਹਤਾ ਜ਼ਿੰਮੇਵਾਰ ਰਹੀ ਹੈ। ਪੰਜਾਬ ਦੇ ਵਿੱਚ ਕਦੇ ਵੀ ਰਾਜਨੀਤਿਕ ਤੌਰ ਤੇ ਇੱਕ ਜਾਗਰੂਕਤਾ ਲਹਿਰ ਜਿਹੜੀ ਹੈਗੀ ਹੈ ਉਹ ਮੈਂ ਸਮਝਦਾ ਵੀ 1947 ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਨਹੀਂ ਉੱਠੀ। ਫਿਰ ਜਦੋਂ ਇਲੈਕਸ਼ਨ ਹੁੰਦੇ ਆ, ਲੋਕ ਵੱਡੀਆਂ ਗੱਲਾਂ ਕਰਦੇ, ਸਹੁੰ ਖਾਧੀਆਂ ਜਾਂਦੀਆਂ, ਫਿਰ ਲੋਕ ਯਕੀਨ ਅੱਖਾਂ ਬੰਦ ਕਰਕੇ ਕਰ ਲੈਂਦੇ ਆ, ਕਿਉਂਕਿ ਬਹੁਮਤ ਦੇ ਕੇ ਲੋਕ ਜਿਹੜੀਆਂ ਸਰਕਾਰਾਂ ਬਣਾਉਂਦੇ ਆ, ਫਿਰ ਉਹ ਵਾਅਦੇ ਕਿੱਧਰ ਚਲੇ ਜਾਂਦੇ ਆ? ਦੇਖੋ, ਉਹਦੇ 'ਚ 2 ਗੱਲਾਂ ਜਿਹੜੀਆਂ ਹੈਗੀਆਂ ਉਹ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਤੇ ਦਰਸ਼ਕਾਂ ਦੇ ਨਾਲ। ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ 2 ਡੰਗ ਦੀ ਸਬਜ਼ੀ ਵੀ ਲੈਣੀ ਹੋਵੇ ਤਾਂ ਬਾਜ਼ਾਰ ਦੇ ਵਿੱਚੋਂ ਅੱਖਾਂ ਖੋਲ੍ਹ ਕੇ ਲੈਂਦੇ ਆ, ਪਰ ਉਹ ਲੋਕ ਜਿਨ੍ਹਾਂ ਨੇ ਸਾਡੀ ਉਮਰਾਂ ਦੀ ਰੋਟੀ ਬਾਰੇ ਸੋਚਣਾ, ਉਹਨਾਂ ਦੀ ਚੋਣ ਵੇਲੇ ਅਸੀਂ ਬਿਲਕੁਲ ਵੀ ਸੁਚੇਤ ਨਹੀਂ ਰਹਿੰਦੇ। ਤੁਸੀਂ ਇਲੈਕਸ਼ਨਾਂ ਦੇਖੀਆਂ। ਦੂਜੀ ਗੱਲ ਇਹ ਹੈ ਕਿ ਚੋਣਾਂ ਦੇ ਜਿਹੜੇ ਏਜੰਡੇ ਨੇ ਉਹ ਲੋਕਾਂ ਨੂੰ ਤੈਅ ਕਰਨੇ ਚਾਹੀਦੇ ਨੇ, ਕਿਉਂਕਿ ਲੋਕ ਮਾਲਕ ਨੇ। ਲੋਕ ਰਾਜ ਦੇ ਵਿੱਚ ਲੋਕ ਮਾਲਕ ਹੁੰਦੇ ਆ, ਜਿਹੜੇ ਲੀਡਰ ਨੇ ਉਹ ਸੇਵਕ ਹੁੰਦੇ ਆ। ਪਰ ਇੱਥੇ ਚੋਣਾਂ ਦਾ ਜਿਹੜਾ ਏਜੰਡਾ ਉਹ ਸੇਵਕ ਤੈਅ ਕਰਦਾ ਹੈ। ਲੋਕ ਅਧਿਕਾਰ ਲਹਿਰ ਦਾ ਮਕਸਦ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਜਾਗਰੂਕਤਾ ਮੁਹਿੰਮ ਖੜੀ ਕੀਤੀ ਜਾਵੇ ਔਰ ਸਰਕਾਰ ਦੇ ਮੂਹਰੇ ਇੱਕ ਏਜੰਡਾ ਰੱਖਿਆ ਜਾਵੇ। ਹੁਣ 11 ਨੁਕਤੇ ਜਿਹੜੇ ਹੈਗੇ ਆ ਉਹ ਪਿੰਡਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਨਾਲ ਰਹਿ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਦੇਖ ਕੇ ਬਣਾਏ ਨੇ। ਉਹ 11 ਨੁਕਤੇ ਅਸੀਂ ਸਰਕਾਰ ਦੇ ਮੂਹਰੇ ਰੱਖਾਂਗੇ, ਕਿਉਂਕਿ ਇਹ ਸਰਕਾਰ ਵੀ ਤਾਂ ਆਪਾਂ ਚੁਣੀ ਆ ਨਾ। ਪੰਜਾਬ ਦੇ ਲੋਕਾਂ ਨੇ ਇਸ ਸਰਕਾਰ ਨੂੰ ਚੁਣਿਆ। ਪੰਜਾਬ ਸਰਕਾਰ ਜਿਹੜੇ ਵਾਅਦੇ ਕਰਕੇ ਆ ਰਹੀ ਹੈ ਉਹਨਾਂ ਤੇ ਕਿਸੇ ਤੇ ਵੀ ਉਹ ਖਰਾ ਨਹੀਂ ਉਤਰੀ। ਸੋ ਅਸੀਂ ਪੰਜਾਬ ਦੇ ਲੋਕਾਂ ਵੱਲੋਂ ਇਕੱਤਰਤਾ ਕਰਕੇ ਪੰਜਾਬ ਦਾ ਜਿਹੜਾ ਪਬਲਿਕ ਓਪੀਨੀਅਨ ਹੈ, ਜਿਹੜੀ ਲੋਕ ਰਾਏ ਹੈ, ਉਹਨਾਂ ਵੱਲੋਂ ਸਰਕਾਰ ਨੂੰ ਕੁਝ ਸਮਾਂ ਦੇਵਾਂਗੇ
ਕਿ ਤੁਸੀਂ ਇਹ ਕੰਮ ਕਰੋ। ਸਾਹਿਬ ਇਹ ਕਹਿੰਦੇ ਆ ਕਿ ਪਿਛਲੇ ਸਾਲਾਂ ਤੋਂ ਜਿਹੜੀ ਅਸੀਂ ਗੱਲ ਕਰੀਏ, ਪਿਛਲੇ ਸਾਲਾਂ ਦੇ ਵਿੱਚ ਅਮਨ ਚੈਨ ਜ਼ਿਆਦਾ ਬਰਕਰਾਰ ਰਿਹਾ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕੈਪਟਨ ਸਾਹਿਬ ਦੀ ਸਰਕਾਰ 'ਚ। ਦੇਖੋ ਹੁਣ ਕਿਹੜੇ ਪਾਸੇ ਦੀ ਗੱਲ ਕਰੀਏ। ਪਿਛਲੇ ਦਿਨਾਂ ਦੇ ਵਿੱਚ ਕਪੂਰਥਲੇ 'ਚ ਇੱਕ ਨੌਜਵਾਨ ਜਿਹੜਾ ਸੀ ਉਹਦਾ ਕਤਲ ਕੀਤਾ ਗਿਆ। ਉਹ ਨਸ਼ੇ ਦੀ ਰੋਕਥਾਮ ਲਈ ਉਹ ਰੌਲਾ ਪਾਉਂਦਾ ਸੀ। ਇਸੇ ਤਰ੍ਹਾਂ ਜੱਜ ਸਿੰਘ ਕਿਲੀ ਬੋਦਲਾ ਪਿੰਡ ਦਾ ਨੌਜਵਾਨ ਮਖੂ ਏਰੀਏ ਦੇ ਵਿੱਚ ਉਹਦਾ ਕਤਲ ਕੀਤਾ ਗਿਆ। ਇਹਦੇ ਤੋਂ ਇਲਾਵਾ ਤੁਸੀਂ ਦੇਖਿਆ ਫਰੀਦਕੋਟ ਦੇ ਵਿੱਚ ਇੱਕ ਪੁਲਿਸ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਤਾ ਸੀ। ਸੋ ਕਹਿਣ ਦਾ ਭਾਵ ਹੈ ਕਿਹੜਾ ਖੇਤਰ ਹੈ, ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਸੜਕਾਂ ਤੇ ਹੈ। ਪਿਛਲੇ ਦਿਨਾਂ ਦੇ ਵਿੱਚ ਮੱਕੀ ਜਿਹੜੀ ਹੈ ਉਹਦਾ MSP ਜਿਹੜਾ 1850 ਰੁਪਏ ਹੈ ਔਰ ਉਹ ਮੱਕੀ 600 ਰੁਪਏ ਤੋਂ ਲੈ ਕੇ 1100 ਰੁਪਏ ਤੱਕ ਖਰੀਦੀ ਗਈ। ਉਸ ਵੇਲੇ ਸਰਕਾਰ ਕਿੱਥੇ ਸੀ? ਆ 2-4 ਦਿਨ ਪਹਿਲਾਂ ਦੀ ਗੱਲ ਹੈ ਕਿ 117 ਮੌਤਾਂ ਜਿਹੜੀਆਂ ਹੈਗੀਆਂ ਉਹ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ। ਉਸ ਵੇਲੇ ਸਰਕਾਰ ਕਿੱਥੇ ਸੀ? ਅਮਨ ਕਾਨੂੰਨ ਜਿਹੜਾ ਹੈ, ਲੋਕ ਅੱਜ ਘਰਾਂ ਤੋਂ ਬਾਹਰ ਨਿਕਲਣ ਲਈ ਮਜਬੂਰ ਨੇ, ਸੜਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਨੇ। ਤੇ ਇੱਕ ਸਵਾਲ ਆ ਰਿਹਾ ਜ਼ਿਹਨ ਦੇ ਵਿੱਚ, ਜਿੱਦਾਂ ਕਿ 110 ਤੋਂ ਵੱਧ 117 ਦੇ ਕਰੀਬ ਮੌਤਾਂ ਹੋਈਆਂ ਜ਼ਹਿਰੀਲੀ ਸ਼ਰਾਬ ਦੇ ਨਾਲ। ਸ਼ਰਾਬ ਜਦੋਂ ਲੋਕਡਾਊਨ ਸੀਗਾ, ਕੋਰੋਨਾ ਵਾਇਰਸ ਦਾ ਦੌਰ ਸੀਗਾ ਔਰ ਲੋਕਡਾਊਨ ਸੀਗਾ, ਜਦੋਂ ਉਸ ਸਮੇਂ ਦੇ ਵਿੱਚ ਵੀ ਰਾਸ਼ਨ ਕਿਸੇ ਨੂੰ ਮਿਲਿਆ ਹੋਵੇ ਭਾਵੇਂ ਨਾ ਮਿਲਿਆ ਹੋਵੇ, ਪਰ ਸ਼ਰਾਬ ਹਰ ਕਿਸੇ ਦੇ ਘਰ ਪਹੁੰਚਣ ਲਈ ਸਾਹਿਬ ਨੇ ਕਰਤਾ ਸੀ ਸਿਸਟਮ ਕਿ ਹੋਮ ਡਿਲੀਵਰੀ ਵੀ ਤੁਸੀਂ ਸ਼ਰਾਬ ਦੀ ਮੰਗਾ ਸਕਦੇ ਹੋ, ਤੁਹਾਨੂੰ ਘਰੇ ਡਿਲੀਵਰੀ ਹੋ ਜੂਗੀ। ਸ਼ਰਾਬ ਦੇ ਠੇਕੇ ਰਾਤ ਨੂੰ 9 ਵਜੇ ਤੱਕ ਖੁੱਲ੍ਹੇ ਰਹਿੰਦੇ ਆ, ਬਾਕੀ ਸਿਸਟਮ ਜਿਹੜਾ ਸੀ 7 ਵਜੇ ਤੱਕ ਭਾਵੇਂ ਦੁਕਾਨਾਂ ਬੰਦ ਹੋ ਜਾਂਦੀਆਂ ਸੀ, ਪਰ ਉਸ ਦੇ ਬਾਵਜੂਦ ਠੇਕੇ ਗਲੀ ਗਲੀ ਦੇ ਵਿੱਚ ਠੇਕੇ ਖੁੱਲ੍ਹੇ ਆ। ਔਰ ਉਸ ਦੇ ਬਾਵਜੂਦ ਵੀ ਜਿਹੜੀ ਸ਼ਰਾਬ ਹੈ, ਦੇਸੀ ਸ਼ਰਾਬ ਹੈ ਜਾਂ ਹੱਥਕੜ ਸ਼ਰਾਬ ਹੈ ਜਾਂ ਹਰਿਆਣਾ ਜਾਂ ਹਿਮਾਚਲ ਦੂਸਰੇ ਸਟੇਟਸ ਦੀ ਸ਼ਰਾਬ ਕਿੱਦਾਂ ਵਿਕ ਰਹੀ ਹੈ ਫਿਰ? ਦੇਖੋ ਸਵਾਲ ਇਹ ਹੈ ਕਿ ਇਹ ਸ਼ਰਾਬ ਦੀ ਵਿਕਰੀ ਆਮ ਲੋਕ ਨਹੀਂ ਕਰਦੇ, ਕਿਉਂਕਿ ਨਸ਼ੇ ਦੀ ਸਮਗਲਿੰਗ ਹੁੰਦੀ ਹੈ, ਸਮਝ ਆਉਂਦੀ ਹੈ। ਸ਼ਰਾਬ ਦੀ ਸਮਗਲਿੰਗ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਸਰਕਾਰ ਤੱਕ ਕਾਨੂੰਨਨ ਤੌਰ ਤੇ ਸ਼ਰਾਬ ਵੇਚ ਰਹੀ ਹੈ। ਸ਼ਰਾਬ ਦੀ ਵਿਕਰੀ ਪੰਜਾਬ ਦੇ ਵਿੱਚ ਸਮਗਲਿੰਗ ਇਸ ਕਰਕੇ ਹੁੰਦੀ ਹੈ ਕਿਉਂਕਿ ਰੈਵਨਿਊ ਚੋਰੀ ਕੀਤਾ ਜਾਂਦਾ ਹੈ। ਸ਼ਰਾਬ ਵੇਚਣ ਵਾਲੇ ਜਿਹੜੇ ਲੋਕ ਨੇ ਜਾਂ ਸ਼ਰਾਬ ਦੇ ਧੰਦੇ ਦੇ ਪਿੱਛੇ ਜਿਹੜੇ ਲੋਕ ਨੇ ਉਹ ਵਿਧਾਨ ਸਭਾ 'ਚ ਬੈਠੇ ਹੈ, ਉਹ ਪੰਜਾਬ ਦੇ ਮੁੱਖ ਮੰਤਰੀ ਦੇ ਗਲਿਆਰਿਆਂ 'ਚ ਬੈਠੇ ਹੈ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਖੰਨੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਫੜੀ ਗਈ, ਰਾਜਪੁਰੇ ਸ਼ਰਾਬ ਦੇ ਕਾਰੋਬਾਰ ਦੀ ਫੈਕਟਰੀ ਫੜੀ ਗਈ, ਮੁੱਲਾਂਪੁਰ ਸ਼ਰਾਬ ਦੇ ਕਾਰੋਬਾਰ ਬਾਰੇ ਚਰਚਾ ਹੋਈ, ਪਰ ਕਿਸੇ ਜਗ੍ਹਾ ਦੇ ਉੱਤੇ ਵੀ ਜਿਹੜੇ ਕਿੰਗ ਪਿਨ ਲੋਕ ਸੀਗੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਲਪੇਟਿਆ ਤਾਂ ਹਰ ਵਾਰ ਮੁਲਾਜ਼ਮ ਹੀ ਜਾਂਦਾ। ਦੇਖੋ ਮੁਲਾਜ਼ਮ ਨਹੀਂ, ਜਿਹੜੇ ਲੋਕ ਸ਼ਰਾਬ ਦਾ ਥੱਲੇ ਕੰਮ ਕਰਦੇ ਆ ਕਰਿੰਦੇ, ਉਹਨਾਂ ਤੇ ਪਰਚੇ ਪਾ ਦਿੱਤੇ ਜਾਂਦੇ ਆ, ਜਦੋਂ ਕਿ ਇਹਦੇ ਪਿੱਛੇ ਪੂਰੀ ਤਰ੍ਹਾਂ ਰਾਜਨੀਤਿਕ ਲੋਕ ਨੇ, ਪੁਲਿਸ ਦੇ ਅਫਸਰ ਨੇ। ਇਹਨਾਂ ਸਾਰਿਆਂ ਦਾ ਗੱਠਜੋੜ ਜਿਹੜਾ ਹੈਗਾ ਉਹ ਸ਼ਰਾਬ ਦੇ ਠੇਕਿਆਂ ਨੂੰ ਜਾਂ ਸ਼ਰਾਬ ਦੀ 2 ਨੰਬਰ ਦਾ ਧੰਦਾ ਹੈ ਜਿਹੜਾ ਉਹਨੂੰ ਚਲਾ ਰਿਹਾ ਹੈ। ਸ਼ਰਾਬ ਜੇ 1 ਨੰਬਰ 'ਚ ਵੇਚਣੀ ਆ ਤਾਂ ਉਹ ਠੇਕਿਆਂ ਤੇ ਵੇਚੋ, ਵਧੀਆ ਕੁਆਲਿਟੀ ਦੀ ਸ਼ਰਾਬ ਮਿਲਣੀ ਚਾਹੀਦੀ ਹੈ। ਪਰ ਅੱਜ ਸਵਾਲ ਇਹ ਹੈ ਕਿ ਰੇਤਾ ਬਜਰੀ ਦੇ ਨਾਲੋਂ ਕਈ ਗੁਣਾ ਵੱਧ ਕੇ ਸ਼ਰਾਬ ਦਾ ਕਾਰੋਬਾਰ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ। ਪਿਛਲੇ ਜਿਹੜੇ ਸਾਬਕਾ ਚੀਫ ਸੈਕਟਰੀ ਸੀ ਉਹਨਾਂ ਦੇ ਨਾਲ ਸਾਰਿਆਂ ਅਖਬਾਰਾਂ ਦੇ ਵਿੱਚ ਇਸ ਸ਼ਰਾਬ ਦੇ ਮੁੱਦੇ ਤੇ ਬੜੀ ਵੱਡੀ ਜਿਹੜੀ ਗੱਲ ਸੀ ਬਾਹਰ ਨਿਕਲ ਕੇ ਸਾਹਮਣੇ ਆਈ। ਸੋ ਆਪਾਂ ਕਿਵੇਂ ਮੰਨ ਲਈਏ ਕਿ ਜਿਹੜੀ ਇਹ ਮੌਜੂਦਾ ਸਰਕਾਰ ਹੈਗੀ ਹੈ, ਅੱਜ ਸਾਰਾ ਪੰਜਾਬ ਤੜਪ ਰਿਹਾ ਹੈ। ਬੇਰੁਜ਼ਗਾਰੀ ਜਿਹੜੀ ਹੈਗੀ ਹੈ ਕਿੰਨੀ ਵੱਧ ਚੁੱਕੀ ਹੈ। ਜੀ ਸਰਕਾਰ ਨੂੰ ਤਾਂ ਉਸ ਦਾ ਲਾਸ ਹੀ ਹੈ ਨਾ, ਸਰਕਾਰ ਨੂੰ ਤਾਂ ਉਸ ਦਾ ਨੁਕਸਾਨ ਹੀ ਹੈ, ਕਿਉਂਕਿ ਜੇ ਲੋਕ ਬਾਹਰੋਂ ਸ਼ਰਾਬ ਦੇ ਠੇਕੇ ਤੋਂ ਮੰਨ ਲਓ ਕੋਈ ਖਰੀਦਦਾ ਤਾਂ ਉਸ ਦਾ ਰੈਵਨਿਊ ਤਾਂ ਸਰਕਾਰ ਨੂੰ ਜਾਂਦਾ ਹੈ, ਪਰ ਜਦੋਂ ਬਾਹਰੋਂ ਜਾਂਦੀ ਹੈ ਤਾਂ ਫਿਰ ਉਹ ਮਾਫੀਆ। ਫਿਰ ਇੱਕ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਇਹ ਸਰਕਾਰਾਂ ਲੋਕਾਂ ਦੇ ਭਲੇ ਵਾਸਤੇ ਨਹੀਂ ਬਣਦੀਆਂ। ਇਹ ਸਰਕਾਰ ਜਦੋਂ ਬਣਨੀ ਹੁੰਦੀ ਹੈ ਉਦੋਂ ਪਹਿਲਾਂ ਇਹ ਡਿਸਾਈਡ ਹੋ ਜਾਂਦਾ ਹੈ ਕਿ ਕਿਹਨੇ ਰੇਤਾ ਬਜਰੀ ਦਾ ਕਾਰੋਬਾਰ ਕਰਨਾ ਹੈ, ਕਿਹਨੇ ਸ਼ਰਾਬ ਦਾ ਕਾਰੋਬਾਰ ਕਰਨਾ ਹੈ, ਕਿਹਨੇ ਬਦਲੀਆਂ 'ਚੋਂ ਪੈਸੇ ਲੈਣੇ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜੀ ਸਰਕਾਰ ਇੱਕ ਗੁੰਡਾ ਤੰਤਰ ਦਾ ਗੱਠਜੋੜ ਹੈ, ਲੋਕ ਰਾਜ ਨਾ ਹੈ, ਲੋਕ ਇਹਦੇ 'ਚੋਂ ਮਨਫੀ ਹੈ। ਲੋਕ ਅਧਿਕਾਰ ਲਹਿਰ ਇਸੇ ਕਰਕੇ ਸ਼ੁਰੂ ਕੀਤੀ ਜਾ ਰਹੀ ਹੈ ਕਿ ਜਿਹੜਾ ਲੋਕ ਰਾਜ ਦਾ ਅਸਲ ਥੰਮ ਹੈ, ਅੱਜ ਤੱਕ ਆਪਾਂ ਇਹੀ ਸੁਣਦੇ ਆਏ ਹਾਂ ਕਿ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ, ਇਹ ਤਿੰਨੇ ਚੀਜ਼ਾਂ ਲੋਕ ਰਾਜ ਦਾ ਥੰਮ ਨੇ। ਹੁਣ ਚੌਥਾ ਥੰਮ ਤੁਹਾਨੂੰ ਕਹਿਣ ਲੱਗ ਪਏ ਜਿਹੜਾ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ, ਕਿਉਂਕਿ ਤੁਸੀਂ ਕਿਸੇ ਦੀ ਸਰਕਾਰ ਬਣਾਉਣ 'ਚ ਜਾਂ ਗਰਾਊਂਡ 'ਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਹੋ, ਪਰੰਤੂ ਅਸਲ ਜਿਹੜਾ ਲੋਕ ਰਾਜ ਦਾ ਥੰਮ ਹੈ ਉਹ ਲੋਕ ਨੇ, ਲੋਕ ਮਨਫੀ ਨੇ। ਲੋਕ ਅਧਿਕਾਰ ਲਹਿਰ ਇਸੇ ਕਰਕੇ ਚਲਾਈ ਜਾ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ, ਮੈਂ ਹੁਣ ਤੱਕ ਪੰਜਾਬ ਦਾ 1300 ਪਿੰਡ ਘੁੰਮ ਚੁੱਕਿਆ, ਮੈਂ ਇੱਕ ਹੀ ਗੱਲ ਪੰਜਾਬੀਆਂ ਨੂੰ ਕਹਿਣਾ ਹੈ ਕਿ ਪੰਜਾਬੀਓ ਤੁਸੀਂ ਪਿੰਡ 'ਚੋਂ 10 ਬੰਦੇ ਜਾਗ ਪਓ,
10 ਬੰਦੇ ਜਾਗ ਕੇ ਨਾਲ ਦੇ ਪਿੰਡ ਦੇ 10 ਬੰਦਿਆਂ ਨਾਲ ਰਲ ਜਾਓ। ਜੇ ਤੁਸੀਂ 10 ਜਾਗ ਪੋਗੇ ਤੁਹਾਡੇ ਬੱਚਿਆਂ ਦੇ ਭਾਗ ਜਾਗ ਪੈਣਗੇ, ਤੁਹਾਡਾ ਪੰਜਾਬ ਜਾਗ ਪੂਗਾ, ਪੰਜਾਬ ਦੇ ਭਾਗ ਜਾਗ ਪੈਣਗੇ। ਤੁਸੀਂ 10-10 ਪਿੰਡਾਂ ਦੇ ਵਿੱਚੋਂ ਇਕੱਠੇ ਹੋਵੋਗੇ, 13,000 ਪਿੰਡ ਹੈ, 1,30,000 ਹੋ ਜਾਓਗੇ। ਤੁਸੀਂ ਮੈਨੂੰ ਦੱਸੋ ਅੱਜ ਕਿਹੜੀ ਰਾਜਨੀਤਿਕ ਪਾਰਟੀ ਹੈ ਜਿਹਦੇ ਕੋਲੇ 30 ਬੰਦੇ ਵੀ ਹੈਗੇ? ਸਵੇਰ ਵੇਲੇ 5 ਜਾਣੇ ਇੱਕ ਕਾਰ 'ਚ ਬੈਠੇ ਹੋਣ, ਸ਼ਾਮ ਨੂੰ ਇਹ ਨਹੀਂ ਪਤਾ ਵੀ ਉਹਨੇ ਉਤਰ ਕੇ ਕਿਹਦੀ ਦੂਜੀ ਦੀ ਕਾਰ 'ਚ ਚੜ ਜਾਣਾ। ਬਿਲਕੁਲ ਠੀਕ ਹੈ ਗੱਲ ਤੁਹਾਡੀ, ਪਰ ਜਦੋਂ ਰੈਲੀਆਂ ਹੁੰਦੀਆਂ ਇਹ ਲੋਕ ਘਰਾਂ ਦੇ ਵਿੱਚ ਗੱਲਾਂ ਕਰਦੇ, ਜਦੋਂ ਰੈਲੀਆਂ ਹੁੰਦੀਆਂ ਤਾਂ ਫਿਰ ਇਕੱਠ ਕਿਉਂ ਹੁੰਦਾ ਹੈ ਲੀਡਰਾਂ ਦੀਆਂ ਰੈਲੀਆਂ ਦੇ? ਗੱਲ ਇਹ ਹੈ, ਲੋਕਾਂ ਦਾ ਕੋਈ ਕਸੂਰ ਨਹੀਂ ਹੈ। ਪੰਜਾਬ ਦੇ ਜਿੰਨੇ ਵੀ ਆਗੂ ਨੇ, ਜਿੰਨੇ ਵੀ ਬੁੱਧੀਜੀਵੀ ਨੇ, ਇਹ ਉਹਨਾਂ ਦਾ ਕਸੂਰ ਹੈ। ਮੇਰੀ ਬੇਨਤੀ ਨੂੰ ਸਮਝੋ। ਪੰਜਾਬ ਦੇ ਲੋਕ ਜਿਹੜੇ ਨੇ ਉਹ ਸਿਆਸੀ ਤੌਰ ਤੇ ਪੂਰਨ ਜਾਗਰੂਕ ਨੇ। ਉਹਦੀ ਮਿਸਾਲ ਜਿਹੜੀ ਹੈ 2014 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ 4 ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਦੇ ਕੇ ਦਿੱਤੀ ਹੈ। ਤੁਸੀਂ ਮੈਨੂੰ ਦੱਸੋ ਕਿ ਜੇ ਲੋਕ ਕਮਲੇ ਹੁੰਦੇ ਜਾਂ ਲੋਕ ਵਿਕਾਊ ਹੁੰਦੇ ਤਾਂ ਉਹ ਆਮ ਆਦਮੀ ਪਾਰਟੀ ਦੇ ਜਿਹੜੇ 4 ਮੈਂਬਰ ਪਾਰਲੀਮੈਂਟ ਹੈ ਕਿਉਂ ਦਿੰਦੇ? ਲੋਕਾਂ ਦਾ ਕਸੂਰ ਨਹੀਂ ਹੈ। ਉਹਨਾਂ ਨੂੰ ਇੱਕ ਪਲੇਟਫਾਰਮ ਚਾਹੀਦਾ ਹੈ, ਉਹਨਾਂ ਨੂੰ ਇਕੱਠੇ ਹੋਣ ਵਾਸਤੇ ਕੁਝ ਆਗੂ ਚਾਹੀਦੇ ਨੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਲੋਕਾਂ ਨੂੰ ਪਲੇਟਫਾਰਮ ਚਾਹੀਦਾ। ਤੀਜੀ ਧਿਰ ਬਣਦੀ ਹੋਈ ਲੋਕਾਂ ਨੂੰ ਨਜ਼ਰ ਆਈ, ਬੜੀ ਲੋਕਾਂ ਨੂੰ ਉਮੀਦ ਜਗੀ ਸੀਗੀ ਕਿ ਕੋਈ ਤੀਸਰਾ ਪੱਖ ਖੜਾ ਹੋ ਰਿਹਾ। ਪਰ ਜਦੋਂ ਜਿੱਦਾਂ ਤੁਸੀਂ ਲਹਿਰ ਚਲਾਉਣ ਦੀ ਗੱਲ ਕਰ ਰਹੇ ਹੋ, ਲੋਕ ਮੈਨੂੰ ਲੱਗਦਾ ਭੋਲੇ ਭਾਲੇ ਨੇ, ਲੋਕ ਗੱਲਾਂ ਦੇ ਵਿੱਚ ਵੀ ਆ ਜਾਂਦੇ ਨੇ। ਲੋਕਾਂ ਨੇ ਭਰਵਾਂ ਸਪੋਰਟ ਦਿੱਤਾ ਆਮ ਆਦਮੀ ਪਾਰਟੀ ਨੂੰ, ਆਮ ਆਦਮੀ ਪਾਰਟੀ ਨੂੰ ਚੰਗਾ ਸਮਰਥਨ ਮਿਲਿਆ, ਪਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਲੀਡਰ ਸੀ ਆਪ ਹੀ ਖੇਰੂ ਹੋ ਗਏ। ਤੁਸੀਂ ਕਿਹਾ ਕਿ ਲੋਕ ਭੋਲੇ ਭਾਲੇ ਨੇ, ਹੁਣ ਜਿਹੜੀ ਲੋਕ ਅਧਿਕਾਰ ਲਹਿਰ ਹੈ ਇਹ ਭੋਲੇ ਭਾਲੇ ਲੋਕ ਚਲਾਉਣਗੇ, ਗੱਲ ਨੂੰ ਸਮਝੋ। ਉਹ ਵੀ ਐਂ ਕਹਿੰਦੇ ਸੀਗੇ। ਨਹੀਂ, ਮੇਰੀ ਬੇਨਤੀ ਸੁਣੋ। ਡਾਕਟਰ ਸਰਦਾਰਾ ਸਿੰਘ ਜੌਹਲ ਦੀ ਪਿਛਲੇ 32 ਸਾਲਾਂ ਦੀ ਜਿਹੜੀ ਸਰਵਿਸ ਹੈ ਉਹ ਬਗੈਰ ਪੈਸੇ ਤੋਂ ਕੇਵਲ ਸੇਵਾ ਲਈ ਹੈ। ਮੈਨੂੰ ਪੰਜਾਬ ਦੇ ਵਿੱਚ ਤੁਸੀਂ ਕੋਈ ਇਹੋ ਜਿਹਾ ਆਗੂ ਦੱਸ ਦਿਓ ਜਿਹੜਾ ਕਰ ਰਿਹਾ ਹੋਵੇ। ਮੈਂ ਤੁਹਾਡੇ ਸਾਹਮਣੇ ਬੈਠਾ, ਹੁਣ ਤੱਕ 11 ਲੋਕਾਂ ਨੂੰ ਕਰਪਸ਼ਨ ਐਕਟ ਦੇ ਤਹਿਤ ਅੰਦਰ ਕਰਾਇਆ। ਅੱਜ 30,000 ਰੁਪਇਆ ਤਨਖਾਹ ਕੱਟ ਲੈ ਰਿਹਾ। ਤੁਸੀਂ ਹੈਰਾਨ ਹੋਵੋਗੇ, ਪਬਲਿਕ ਸਰਵਿਸ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਲੈਟਰ ਲਿਖ ਕੇ ਪੁੱਛਿਆ ਕਿ ਬਲਵਿੰਦਰ ਸਿੰਘ ਪ੍ਰੋਗਰਾਮ ਪ੍ਰੋਡਿਊਸਰ ਵਿਰੁੱਧ ਦੋਸ਼ ਹੈ ਕਿ ਅਧਿਕਾਰੀ ਵੱਲੋਂ ਵਿਜੀਲੈਂਸ ਵਿਭਾਗ ਨੂੰ ਹੱਦ ਤੋਂ ਵੱਧ ਸਹਿਯੋਗ ਦੇ ਕੇ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਵਾਇਆ ਗਿਆ। ਇਹਦੀ ਪੰਜਾਬ ਦੇ LR ਤੋਂ ਰਹਿ ਲਓ ਕਿ ਕੀ ਇਹ ਦੋਸ਼ ਬਣਦਾ ਹੈ। ਮੈਨੂੰ 12 ਸਾਲ ਚਾਰਜ ਸ਼ੀਟ ਰੱਖਿਆ ਗਿਆ, ਮੇਰੀਆਂ ਇਨਕਰੀਮੈਂਟਾਂ ਬੰਦ ਕੀਤੀਆਂ ਗਈਆਂ, ਮੈਨੂੰ ਕੋਈ 4/9/14 ਨਹੀਂ ਦਿੱਤੀ। 20 ਸਾਲਾਂ ਤੋਂ ਮੈਂ ਅੱਜ 30,000 ਰੁਪਇਆ ਮਹੀਨਾ ਤਨਖਾਹ ਕੱਟ ਲੈ ਰਿਹਾ। ਦੇਖੋ ਹੁਣ ਮੈਂ ਛਾਤੀ ਪਾੜ ਕੇ ਤਾਂ ਦਿਖਾ ਨਹੀਂ ਸਕਦਾ ਕਿ ਪੰਜਾਬ ਮੇਰੇ ਅੰਦਰ ਵਸਦਾ ਹੈ। ਮੈਂ ਤਾਂ ਇਹ ਕਹਿਣਾ ਹੈ ਕਿ ਮੈਂ ਇੱਕ ਸਵਾਰਥੀ ਬੰਦਾ, ਮੈਂ ਘਰੋਂ ਤਾਂ ਨਿਕਲਿਆ। ਮੈਂ 2 ਬੱਚੇ ਵਿਕਰਮ ਜੀ ਪੈਦਾ ਕੀਤੇ ਨੇ, ਮੇਰੀ ਬੇਟੀ MBBS ਕਰਦੀ ਹੈ। ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇ ਮੈਂ ਉਹਨੂੰ ਪੰਜਾਬ 'ਚ ਰੱਖਣਾ ਹੈ ਤਾਂ ਪੰਜਾਬ ਨੂੰ ਰਹਿਣ ਦੇ ਲਾਇਕ ਬਣਾਉਣਾ ਹੋਏਗਾ। ਮੇਰਾ ਬੇਟਾ 9ਵੀਂ 'ਚ ਪੜ੍ਹਦਾ ਹੈ, ਮੈਨੂੰ ਡਰ ਹੈ ਕਿ 12ਵੀਂ ਤੱਕ ਜਾਂਦਿਆਂ ਉਹ ਨਸ਼ੇੜੀ ਨਾ ਹੋ ਜਾਏ। ਪੰਜਾਬ 'ਚੋਂ ਨਸ਼ਾ ਖਤਮ ਕਰਨਾ ਅੱਜ ਮੇਰੀ ਜ਼ਿੰਮੇਵਾਰੀ ਹੈ। ਮੈਂ ਪੰਜਾਬ ਦੇ ਹਰ ਉਸ ਮਾਂ-ਬਾਪ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਬੱਚਿਆਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਔਰ ਉਦੋਂ ਬਾਅਦ ਆਪਣੀਆਂ ਅੱਖਾਂ ਨੂੰ ਖੋਲ੍ਹਣ ਤੇ ਉਹਨਾਂ ਲਈ ਇਕੱਠੇ ਹੋਣ। ਇਕੱਠੇ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਲ ਦੇ 365 ਦਿਨ ਇਕੱਠੇ ਹੋਏ ਰਹਿਣਾ। ਤੁਸੀਂ ਜੁੜਨਾ ਹੈ, ਇੱਕ ਪਲੇਟਫਾਰਮ ਬਣਾ ਰਹੇ ਹਾਂ। ਇਹ ਸਾਂਝਾ ਪਲੇਟਫਾਰਮ ਹੈ, ਪੰਜਾਬ ਦੇ ਲੋਕਾਂ ਦਾ ਪਲੇਟਫਾਰਮ ਹੈ। ਅੱਜ ਸਵਾਲ ਇਹ ਹੈ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਦੀ ਗਿਣਤੀ 250-300 ਤੋਂ ਵੱਧ ਨਹੀਂ ਹੈ, ਜਦੋਂ ਕਿ ਲੁੱਟੇ ਜਾਣ ਵਾਲਿਆਂ ਦੀ ਗਿਣਤੀ 3 ਕਰੋੜ ਤੋਂ ਉੱਪਰ ਹੈ। ਹੁਣ ਜਦੋਂ ਸਾਡੇ ਦੁੱਖ ਸਾਂਝੇ ਨੇ, ਸਾਡੀਆਂ ਮੁਸ਼ਕਲਾਂ ਸਾਂਝੀਆਂ ਨੇ, ਸਾਡੀਆਂ ਲੋੜਾਂ ਸਾਂਝੀਆਂ ਨੇ, ਸਾਡੇ ਸੰਵਿਧਾਨਕ ਹੱਕ ਸਾਂਝੇ ਨੇ, ਫਿਰ ਸਾਨੂੰ ਕਿਉਂ ਨਹੀਂ ਇਕੱਠੇ ਹੋਣਾ ਚਾਹੀਦਾ? ਨਸ਼ੇ ਦੀ ਤੁਸੀਂ ਗੱਲ ਕੀਤੀ ਹੈ ਕਿ ਡਰ ਇਹ ਹੈ ਕਿ 9ਵੀਂ 'ਚ ਬੱਚਾ ਪੜ੍ਹਦਾ, 12ਵੀਂ ਤੱਕ ਜਾਂਦੇ ਜਾਂਦੇ ਨਸ਼ੇੜੀ ਨਾ ਹੋ ਜਾਏ। ਇਸ ਦੇ ਲਈ ਜ਼ਿੰਮੇਦਾਰ ਕਿਸ ਨੂੰ ਮੰਨਦੇ ਹੋ ਤੁਸੀਂ? ਪੰਜਾਬ ਦੇ ਵਿੱਚ ਖੁੱਲ੍ਹੇ ਤੌਰ ਤੇ ਨਸ਼ਾ ਵਿਕਦਾ। ਸਰਕਾਰਾਂ ਕਹਿੰਦੀਆਂ, ਕੈਪਟਨ ਸਾਹਿਬ ਨੇ ਵੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਕਿ ਨਸ਼ਾ ਖਤਮ ਕਰਨਾ ਉਹਨਾਂ ਦੀ ਪ੍ਰਾਇੋਰਟੀ ਹੋਊਗੀ। ਪਰ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਇਆ? ਕਿਉਂਕਿ ਜਿਸ ਹਿਸਾਬ ਦੇ ਨਾਲ ਚਿੱਟਾ ਪਹਿਲਾਂ ਵਿਕ ਰਿਹਾ ਸੀ ਉਸੇ ਹਿਸਾਬ ਦੇ ਨਾਲ ਹੀ ਹੁਣ ਵਿਕਦਾ ਨਜ਼ਰ ਆ ਰਿਹਾ। ਜ਼ਹਿਰੀਲੀ ਸ਼ਰਾਬ ਜਿਹੜੀ ਹੈ ਉਸ ਦਾ ਐਗਜ਼ਾਮਪਲ ਤਾਂ ਹੁਣੇ ਤੁਸੀਂ ਦੇਖਿਆ ਕਿੰਨੇ ਲੋਕਾਂ ਦੀ ਮੌਤ ਹੋਈ ਹੈ। ਦੇਖੋ ਵਿਕਰਮ ਜੀ, ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿੱਥੋਂ ਪੈਸਾ ਸਰਕਾਰ ਦੇ ਖਜ਼ਾਨੇ 'ਚ ਜਾਣਾ ਉਹ 4 ਚੀਜ਼ਾਂ ਮੁੱਖ ਨੇ: ਰੇਤਾ ਬਜਰੀ, ਸ਼ਰਾਬ, ਟਰਾਂਸਪੋਰਟ ਤੇ ਬਿਜਲੀ ਦਾ ਉਤਪਾਦਨ। ਇਹ ਚਾਰੇ ਦੀਆਂ ਚਾਰੇ ਚੀਜ਼ਾਂ ਪ੍ਰਾਈਵੇਟ ਕਰਕੇ ਇਹਨਾਂ ਕਾਰੋਬਾਰਾਂ ਨੂੰ ਉਹ ਲੋਕ ਚਲਾ ਰਹੇ ਆ ਜਿਹੜੇ ਵਿਧਾਨ ਸਭਾ 'ਚ ਬੈਠੇ ਆ। ਮੈਂ ਪਹਿਲਾਂ ਬੇਨਤੀ ਕਰਕੇ ਹਟਿਆ ਕਿ ਸ਼ਰਾਬ ਦੀ ਜਿਹੜੀ ਵਿਕਰੀ ਹੋ ਰਹੀ ਹੈ ਨਾਜਾਇਜ਼, ਉਹ ਪੰਜਾਬ ਦਾ ਰੈਵਨਿਊ ਚੋਰੀ ਕਰਨ ਵਾਸਤੇ ਹੋ ਰਹੀ ਹੈ। ਉਹ ਪੈਸਾ ਸਿੱਧਾ ਚੋਰ ਠੇਕੇਦਾਰ, ਚੋਰ ਅਫਸਰ ਤੇ ਚੋਰ ਪੋਲੀਟੀਕਲ ਬੰਦੇ ਦੇ ਘਰ 'ਚ ਜਾ ਰਿਹਾ।
ਇਹਦੇ ਲਈ ਪੰਜਾਬ ਦੇ ਲੋਕਾਂ ਨੂੰ ਜਾਗਣਾ ਪਏਗਾ। ਤੁਸੀਂ ਮੈਨੂੰ ਦੱਸੋ ਕਿ ਜਿਨ੍ਹਾਂ ਲੋਕਾਂ ਨੇ ਖੁਦ ਸਾਰਾ ਸਿਸਟਮ ਬਰਬਾਦ ਕੀਤਾ ਹੈ, ਉਹ ਲੋਕ ਤੁਹਾਨੂੰ ਚੰਗਾ ਸਿਸਟਮ ਕਿਵੇਂ ਦੇਣਗੇ? ਉਹਦੇ ਲਈ ਤੁਹਾਨੂੰ ਅੱਜ ਜਾਗਣਾ ਪਏਗਾ। ਅਸੀਂ ਪੰਜਾਬ ਦੇ ਲੋਕ ਇੱਕ ਦੂਜੇ ਦੇ ਨਾਲ ਜੁੜਾਂਗੇ, ਜੁੜ ਰਹੇ ਹਾਂ, ਬੜੀ ਤੇਜ਼ੀ ਨਾਲ ਜੁੜ ਰਹੇ ਹਾਂ। ਔਰ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ ਮੁਲਾਜ਼ਮਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਅੱਜ ਹੁਣ ਉਹਨਾਂ ਨੇ ਕੀ ਕੀਤਾ ਹੈ ਕਿ ਜਿਹੜਾ ਮੋਬਾਈਲ ਭੱਤਾ ਉਹ ਅੱਧਾ ਕੀਤਾ। ਸਰਕਾਰ ਕਹਿੰਦੀ ਵੀ ਉਹਦੇ ਨਾਲ 40 ਕਰੋੜ ਬਚਿਆ। ਇਹ ਮੋਬਾਈਲ ਭੱਤਾ ਵੀ ਬੰਦ ਹੋਵੇਗਾ। ਹੋਰ ਬਹੁਤ ਸਾਰੀਆਂ ਤਨਖਾਹਾਂ ਤੇ ਡਾਇਰੈਕਟ ਕੱਟ ਲੱਗੇਗਾ ਆਉਣ ਵਾਲੇ ਟਾਈਮ 'ਚ, ਕਿਉਂਕਿ 2250 ਕਰੋੜ ਰੁਪਈਆ ਹਰ ਮਹੀਨੇ GST ਦਾ ਜਿਹੜਾ ਹਿੱਸਾ ਮਿਲਦਾ ਕੇਂਦਰ ਤੋਂ, ਤਨਖਾਹ ਤਾਂ ਉਹਦੇ ਨਾਲ ਦਿੱਤੀ ਜਾ ਰਹੀ ਹੈ। ਔਰ ਇਹ ਹਿੱਸਾ ਅਪ੍ਰੈਲ 2022 ਤੋਂ ਬਾਅਦ ਮਿਲਣਾ ਨਹੀਂ। ਆਉਣ ਵਾਲੀ ਸਰਕਾਰ ਜਿਹੜੀ ਹੈਗੀ ਹੈ, ਹਰ ਸਰਕਾਰ ਆਪਣਾ ਟਾਈਮ ਪੂਰਾ ਕਰਦੀ ਹੈ, ਇਸ ਕਰਕੇ ਨਹੀਂ ਲੋਕਾਂ ਦੀ ਸੇਵਾ ਕਰਕੇ, ਆਪਣਾ ਟਾਈਮ ਪੂਰਾ ਕਰਦੀ ਹੈ ਵੱਧ ਤੋਂ ਵੱਧ ਰੁਪਈਆ ਆਪਣੇ ਅੰਦਰ ਕਰਕੇ। ਠੀਕ ਹੈ, ਸੋ ਉਹ ਪੂਰੀ ਤਰ੍ਹਾਂ ਲੁੱਟਣ ਤੇ ਲੱਗੇ ਹੋਏ ਹੈ। ਪੰਜਾਬ 'ਚ ਹਲਕਾ ਇੰਚਾਰਜ ਅਤੇ ਜਿਹੜੇ ਵਿਧਾਇਕ ਨੇ ਉਹ ਆਪਣੀ ਪੂਰੀ ਤਰ੍ਹਾਂ ਮਨਮਰਜ਼ੀ ਕਰ ਰਹੇ ਹੈ। ਕਾਨੂੰਨ ਦਾ ਪਾਲਣ ਲੋਕ ਉਹਨਾਂ ਚਿਰ ਕਰਦੇ ਆ ਜਿੰਨਾ ਚਿਰ ਕਾਨੂੰਨ ਉਹਨਾਂ ਨੂੰ ਪਾਲਦਾ ਹੈ। ਜਦੋਂ ਕਾਨੂੰਨ ਉਹਨਾਂ ਨੂੰ ਖਾਣ ਲੱਗ ਜੇ ਤਾਂ ਲੋਕ ਸੜਕਾਂ ਤੇ ਆਉਂਦੇ ਆ। ਠੀਕ ਹੈ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਕਿਸਾਨਾਂ ਨੂੰ ਲੈ ਕੇ ਕੀ ਯੋਜਨਾਵਾਂ ਨੇ, ਕੀ ਪਲਾਨਿੰਗਸ ਹੈ ਵੀ ਕਿਸਾਨਾਂ ਨੂੰ ਲੈ ਕੇ ਕੀ ਕੁਛ ਹੋਣਾ ਚਾਹੀਦਾ? ਦੇਖੋ, ਖੇਤੀ ਪ੍ਰਧਾਨ ਸੂਬਾ ਹੈ, ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਪਰ ਸਵਾਲ ਇਹ ਹੈ, ਪੰਜਾਬ ਦੇ ਵਿੱਚ ਕੋਈ 1.5 ਦਰਜਨ ਖੇਤੀ ਅਦਾਰੇ ਨੇ। ਠੀਕ ਹੈ, ਪਨਸੀਡ ਹੈ, ਪਨਗ੍ਰੇਨ ਹੈ, ਪੰਜਾਬ ਐਗਰੀ ਐਕਸਪੋਰਟ ਹੈ, ਮੰਡੀਕਰਨ ਬੋਰਡ ਹੈ, ਪਨਸਪ ਹੈ, ਵੇਅਰ ਹਾਊਸ ਹੈ, ਮੰਡੀਕਰਨ ਬੋਰਡ ਹੈ। ਸੋ ਇਹੋ ਜਿਹੇ ਮਿਲਕ ਫੈਡ ਹੈ, ਵੇਰਕ ਹੈ, ਇਹ ਸਾਰੇ ਖੇਤੀ ਨਾਲ ਜੁੜੇ ਹੋਏ ਅਦਾਰੇ ਨੇ। ਇਹ ਸਰਕਾਰ ਨੇ ਕਰਜ਼ਾ ਲੈਣ ਵਾਸਤੇ ਰੱਖੇ ਹੈ। ਇਹਦੀਆਂ ਜਾਇਦਾਦਾਂ ਗਹਿਣੇ ਕਰਕੇ ਉਹਦੇ ਚੋਂ ਰੁਪਈਆ ਛਕ ਰਹੇ ਹੈ। ਤੁਸੀਂ ਹੈਰਾਨ ਹੋਵੋਗੇ, ਮੈਂ ਜਿੱਥੇ ਨੌਕਰੀ ਕਰਦਾ ਨਾ ਉੱਥੇ 1 ਕਰੋੜ ਰੁਪਏ ਦੀ ਮਸ਼ੀਨ ਸਰਕਾਰ ਨੇ ਖਰੀਦੀ। ਨੇਤਰਹੀਨਾਂ ਦੀਆਂ ਪੁਸਤਕਾਂ ਛਾਪਣ ਲਈ ਉਹ ਇੱਕ ਬਰੇਲ ਮਸ਼ੀਨ ਹੈ। ਤੁਸੀਂ ਹੈਰਾਨ ਹੋਵੋਗੇ ਕਿ ਉਹ 24 ਲੱਖ ਰੁਪਏ 'ਚ ਖਰੀਦੀ ਗਈ ਔਰ 76 ਲੱਖ ਰੁਪਈਆ ਖਾ ਲਿਆ ਗਿਆ। 2.5 ਸਾਲ ਹੋ ਗਏ ਅਜੇ ਤੱਕ ਉਹਨਾਂ ਦੋਸ਼ੀਆਂ ਤੇ ਮੁਕੱਦਮਾ ਨਹੀਂ ਇਹ ਲੋਕ ਦਰਜ ਕਰ ਸਕੇ। 2.5 ਲੱਖ ਰੁਪਈਆ ਤਨਖਾਹ ਹੈ IAS ਅਫਸਰ ਦੀ। ਇਹ ਚਿੱਟੇ ਹਾਥੀ ਕਾਹਦੇ ਵਾਸਤੇ ਬਿਠਾਏ ਹੋਏ ਆ? ਸ਼ਰਾਬ ਦੇ ਜ਼ਹਿਰੀਲੀ ਸ਼ਰਾਬ ਨਾਲ 117 ਲੋਕ ਮਰ ਗਏ। ਕਿੰਨੀਆਂ ਕਿੰਨੀਆਂ ਤਨਖਾਹਾਂ ਹੈ, ਕਿੰਨੇ ਅਫਸਰ ਨੇ? SHO, DSP, SP, SSP, ADGP, DIG, ਕਿੰਨੇ ਅਫਸਰ ਨੇ? ਕੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ? ਇਹ ਲੋਕ ਕਾਹਦੇ ਲਈ ਭਰਤੀ ਕੀਤੇ ਨੇ? ਸਾਡੇ ਪੁੱਤ ਮਰ ਰਹੇ ਆ। ਕਿਹਾ ਜਾਂਦਾ ਹੈ ਕਿ ਪੁਲਿਸ ਦੇ ਜਿਹੜੇ ਇੰਟਰਨਲ ਸੋਰਸਿਸ ਨੇ ਬੜੇ ਮਜ਼ਬੂਤ ਹੁੰਦੇ ਆ, ਕਿ ਪੁਲਿਸ ਚਾਹੇ ਤਾਂ ਪਤਾ ਲੱਗ ਜਾਂਦਾ ਹੈ ਕਿ ਚੋਰ ਕਿਹੜੇ ਚੋਰ ਨੇ ਆ ਕੇ ਚੋਰੀ ਕੀਤੀ ਹੈ ਇਲਾਕੇ ਦੇ ਵਿੱਚੋਂ। ਪਰ IB ਜਾਂ ਹੋਰ ਬਹੁਤ ਸਾਰੇ ਇੰਟੈਲੀਜੈਂਸ ਜਿਹੜੇ ਸੋਰਸਿਸ ਹੁੰਦੇ ਆ, ਕੀ ਤੁਹਾਨੂੰ ਲੱਗਦਾ ਫੇਲ ਨੇ ਸਾਰੇ? ਫਿਰ ਦੇਖੋ, ਪੰਜਾਬ ਦੇ ਵਿੱਚ ਇੱਕ CID ਵਿਭਾਗ ਹੈ। ਬਿਲਕੁਲ ਠੀਕ ਹੈ। CID ਵਿਭਾਗ ਦਾ ਕੰਮ ਇਹ ਹੁੰਦਾ ਹੈ ਵੀ ਕਿਤੇ ਵੀ ਗੈਰ ਕਾਨੂੰਨੀ ਗਤੀਵਿਧੀ ਹੁੰਦੀ ਹੈ ਤਾਂ ਉਹਨੂੰ ਰੋਕਿਆ ਜਾਵੇ। ਅੱਜ CID ਵਿਭਾਗ ਕੀ ਕਰ ਰਿਹਾ ਹੈ? CID ਵਿਭਾਗ ਕੇਵਲ ਤੇ ਕੇਵਲ ਡਾਕਟਰ ਸਰਦਾਰਾ ਸਿੰਘ ਜੌਹਲ ਵਰਗਿਆਂ ਦੀ CID ਕਰ ਰਿਹਾ ਹੈ। CID ਵਿਭਾਗ ਜਿਹੜਾ ਹੈਗਾ ਕਿਸਾਨ ਯੂਨੀਅਨਾਂ ਦੀ CID ਕਰ ਰਿਹਾ ਹੈ। CID ਵਿਭਾਗ ਹਰ ਉਸ ਚੰਗੇ ਕੰਮ ਦੀ ਸੂਚਨਾ ਦੇ ਰਿਹਾ ਹੈ ਔਰ ਉਹਨਾਂ ਚੰਗੇ ਕੰਮ ਕਰਨ ਵਾਲੇ ਲੋਕਾਂ ਦਾ ਗਲ ਘੁੱਟਣ ਲਈ ਸਰਕਾਰਾਂ ਸਾਜ਼ਿਸ਼ਾਂ ਬਣਾ ਸਕਣ। CID ਵਿਭਾਗ ਉਹਦੇ ਲਈ ਕੰਮ ਕਰ ਰਿਹਾ ਹੈ। ਸਵਾਲ ਇਹ ਹੈ ਕਿ ਜੇ ਪੁਲਿਸ ਦੇ ਟੋਟਲ ਜਿੰਨੇ ਡਿਪਾਰਟਮੈਂਟ ਨੇ ਉਹ ਲੋਕਾਂ ਨੂੰ ਸਮਰਪਿਤ ਹੋ ਜਾਣ, ਕਾਨੂੰਨੀ ਤੌਰ ਤੇ ਕੰਮ ਕਰਨ, ਮੈਂ ਦਾਅਵੇ ਨਾਲ ਕਹਿਣਾ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਜੁਰਮ ਨਹੀਂ ਹੋਏਗਾ। ਪਰ ਅੱਜ ਜਿਹੜੇ ਹਾਲਾਤ ਨੇ ਉਹ ਬਿਲਕੁਲ ਵਿਪਰੀਤ ਨੇ। ਇਹ ਸਰਕਾਰਾਂ ਜਿਹੜੀਆਂ ਹੈਗੀਆਂ ਇਹ ਖੁਦ ਗਲਤ ਕੰਮ ਕਰਵਾਉਂਦੀਆਂ ਔਰ ਚੰਗੇ ਲੋਕਾਂ ਨੂੰ ਉਹਦੇ 'ਚ ਫਸਾਉਂਦੀਆਂ। ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਬਵਾਲ ਮਚਿਆ ਹੋਇਆ, ਕਿਸਾਨ ਸੜਕਾਂ ਤੇ ਨੇ, ਕਿਸਾਨ ਜਥੇਬੰਦੀਆਂ ਸੜਕਾਂ ਤੇ ਨੇ, ਪਰ ਡਾਕਟਰ ਸਰਦਾਰਾ ਸਿੰਘ ਜੌਹਲ ਕਹਿੰਦੇ ਆ ਕਿ ਇਹ ਜਿਹੜੀ ਨੀਤੀ ਹੈ ਇਹ ਕਿਸਾਨਾਂ ਦੇ ਪੱਖ ਦੇ ਵਿੱਚ ਜਾ ਸਕਦੀ ਹੈ। ਤਾਂ ਫਿਰ ਉਸ ਬਿਆਨ ਦੇ ਮਾਇਨੇ ਕੀ ਕੱਢੇ ਜਾਣ? ਦੇਖੋ, ਡਾਕਟਰ ਸਰਦਾਰਾ ਸਿੰਘ ਜੌਹਲ ਨੇ ਇਹ ਗੱਲ ਕਹੀ ਹੈ ਕਿ MSP ਖਤਮ ਹੋਣ ਦਾ ਉਹਦੇ 'ਚ ਜ਼ਿਕਰ ਨਹੀਂ ਹੈ। ਇਹ ਸਾਰੇ ਮੰਨਦੇ ਆ ਕਿ ਜ਼ਿਕਰ ਨਹੀਂ ਹੈ। ਡਾਕਟਰ ਸਰਦਾਰਾ ਸਿੰਘ ਜੌਹਲ ਦਾ ਕਹਿਣਾ ਹੈ ਕਿ ਸਰਕਾਰੀ ਮੰਡੀਆਂ ਰਹਿਣੀਆਂ ਚਾਹੀਦੀਆਂ, MSP ਰਹਿਣੀ ਚਾਹੀਦੀ ਹੈ। ਇਹਨਾਂ ਦੋਹਾਂ ਦੇ ਰਹਿੰਦੇ ਹੋਏ ਕੋਈ ਪ੍ਰਾਈਵੇਟ ਆਉਂਦਾ ਹੈ ਤਾਂ ਉਹ MSP ਤੋਂ ਵੱਧ ਭਾਅ 'ਤੇ ਜੇ ਚੀਜ਼ ਖਰੀਦਦਾ ਹੈ ਤਾਂ ਉਹਦੇ 'ਚ ਕਿਸਾਨਾਂ ਦਾ ਕੀ ਨੁਕਸਾਨ ਹੈ? ਪਰ ਡਾਕਟਰ ਸਰਦਾਰਾ ਸਿੰਘ ਜੌਹਲ ਜੋ ਕਹਿ ਰਹੇ ਨੇ, ਲੋਕ ਅਧਿਕਾਰ ਲਹਿਰ ਉਹਦੇ ਨਾਲ ਸਹਿਮਤ ਨਹੀਂ। ਮੈਂ ਸਹਿਮਤ ਨਹੀਂ, ਮੇਰੇ ਬਹੁਤ ਸਾਰੇ ਸਾਥੀ ਸਹਿਮਤ ਨੇ। ਲਹਿਰ ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਚੱਲਣੀ ਹੈ, ਬਿਲਕੁਲ ਚੱਲ ਰਹੀ ਹੈ, ਪਰ ਉਹਨਾਂ ਨੇ ਨਾਲ ਇਹ ਕਿਹਾ ਕਿ ਇਹ ਮੇਰੇ ਨਿੱਜੀ ਵਿਚਾਰ ਨੇ।
ਉਹਨਾਂ ਨੇ ਕਿਹਾ ਕਿ ਇਹ ਮੇਰੇ ਨਿੱਜੀ ਵਿਚਾਰ ਨਿੱਜੀ ਵਿਚਾਰ ਤਾਂ ਫਿਰ ਜਦੋਂ ਕਿਤੇ ਕਿਸੇ ਪਲੇਟਫਾਰਮ ਤੇ ਤੁਸੀਂ ਉਹਨਾਂ ਨੂੰ ਪਰਫਾਰਮ ਕਰਨ ਦਾ ਮੌਕਾ ਦਿਓਗੇ, ਬੋਲਣ ਦਾ ਮੌਕਾ ਦਿਓਗੇ, ਨਿੱਜੀ ਵਿਚਾਰ ਤਾਂ ਇਹਨਾਂ ਦੇ ਫਿਰ ਉੱਥੇ ਵੀ ਰੱਖਣਗੇ ਉਹ। ਦੇਖੋ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਹੈ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਵੀ ਕਾਨੂੰਨ ਬਣੇ ਨੇ, ਕਾਨੂੰਨ ਚੰਗੇ ਹੈ, ਪਰ ਇਹ ਪੋਲੀਟੀਕਲ ਲੋਕ ਉਹਨਾਂ ਨੂੰ ਮਾੜਾ ਕਰਦੇ ਆ। ਮਿਸਾਲ ਦੇ ਤੌਰ ਤੇ ਇੱਕ ਛੁਰੀ ਹੈ, ਜੇ ਸ਼ਰਧਾਲੂ ਦੇ ਹੱਥ ਦੇ ਵਿੱਚ ਹੈ ਤਾਂ ਉਹ ਉਹਦੇ ਨਾਲ ਗੁਰਦੁਆਰੇ 'ਚ ਸੇਵਾ ਵੀ ਕਰ ਸਕਦਾ, ਸਬਜ਼ੀ ਕੱਟ ਸਕਦਾ। ਜੇ ਉਹ ਬਦਮਾਸ਼ ਕੋਲੇ ਹੈ ਤਾਂ ਉਹ ਕਿਸੇ ਦੀ ਵੱਖੀ ਮਾਰ ਕੇ ਉਹਦੀ ਜੇਬ ਵੀ ਕੱਟ ਸਕਦਾ। ਇਹ ਜਿਹੜੇ ਕਾਨੂੰਨ ਨੇ, ਇਹਦੇ ਵਿੱਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਇੱਕ ਵਿਸ਼ਵ ਮੰਡੀ ਬਣ ਰਹੀ ਹੈ, ਪੰਜਾਬ ਨੂੰ ਤੁਸੀਂ ਉਹਦੇ ਨਾਲੋਂ ਵੱਖ ਨਹੀਂ ਕਰ ਸਕਦੇ। ਸਵਾਲ ਇਹ ਹੈ, ਲੜਾਈ ਜਿਹੜੀ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਜਿੰਨੇ ਵੀ ਵਿਭਾਗ ਨੇ ਖੇਤੀ ਨਾਲ ਜੁੜੇ ਹੋਏ ਪੰਜਾਬ ਦੇ ਵਿੱਚ, ਉਹ ਸਾਰੇ ਵਿਭਾਗ ਸਰਕਾਰ ਨੇ ਜਿਹੜੇ ਹੈਗੇ ਆ ਕਰਜ਼ਾ ਲੈਣ ਵਾਸਤੇ ਰੱਖੇ ਹੋਏ ਆ। ਮਿਸਾਲ ਦੇ ਤੌਰ ਤੇ ਮੰਡੀਕਰਨ ਬੋਰਡ ਦੀ ਫੀਸ ਦਾ ਰੌਲਾ ਪਾਇਆ ਜਾ ਰਿਹਾ 4000 ਕਰੋੜ ਰੁਪਈਆ। ਪਿਛਲੀ ਸਰਕਾਰ ਨੇ ਮੰਡੀਕਰਨ ਬੋਰਡ ਦੀ 3 ਸਾਲਾਂ ਦੀ ਕਮਾਈ ਗਹਿਣੇ ਧਰ ਕੇ ਕਰਜ਼ਾ ਲੈ ਲਿਆ। ਇਸੇ ਤਰ੍ਹਾਂ ਮੌਜੂਦਾ ਸਰਕਾਰ ਨੇ ਜਦੋਂ 3 ਸਾਲ ਖਤਮ ਹੋ ਗਏ ਤਾਂ ਉਹਦੀ ਆਉਣ ਵਾਲੇ 3 ਸਾਲਾਂ ਦੀ ਕਮਾਈ ਗਹਿਣੇ ਧਰ ਕੇ ਕਰਜ਼ਾ ਲੈ ਲਿਆ। ਡਾਕਟਰ ਸਰਦਾਰਾ ਸਿੰਘ ਜੌਹਲ ਕਹਿੰਦੇ ਆ ਕਿ ਕਿਸਾਨਾਂ ਦੀ ਮੰਡੀ ਤੋਂ ਹੀ ਪੈਸਾ ਕਿਉਂ ਕਮਾਇਆ ਜਾ ਰਿਹਾ ਹੈ। ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਛਾਪਿਆ ਗਿਆ। ਉਹਨਾਂ ਨੇ ਬਿਲਕੁਲ ਸਾਫ਼ ਕਿਹਾ ਕਿ ਤੁਸੀਂ ਰੇਤਾ, ਬਜਰੀ, ਸ਼ਰਾਬ, ਟਰਾਂਸਪੋਰਟ ਤੇ ਬਿਜਲੀ, ਇਹ ਤੋਂ ਆਉਂਦਾ ਰੈਵਨਿਊ ਜਿਹੜਾ 1.5 ਲੱਖ ਕਰੋੜ ਰੁਪਈਆ ਹੋ ਸਕਦਾ, ਉਹਦੇ ਮੁਕਾਬਲੇ ਤੇ ਤੁਸੀਂ ਕਿਸਾਨਾਂ ਦੀ ਮੰਡੀ ਤੋਂ 4000 ਕਰੋੜ ਰੁਪਈਆ ਕਿਉਂ ਇਕੱਠਾ ਕਰਦੇ ਹੋ? ਤੁਸੀਂ ਬਿਲਕੁਲ ਉੱਥੋਂ ਉਹਨੂੰ ਟੈਕਸ ਫ੍ਰੀ ਕਰੋ ਤਾਂ ਕਿ ਉੱਥੋਂ ਵਪਾਰੀ ਜਿਹੜਾ ਹੈਗਾ ਉਹ ਭੱਜ ਕੇ ਖਰੀਦੇ, ਔਰ ਪ੍ਰਾਈਵੇਟ ਪਲੇਅਰ ਜਿਹੜਾ ਹੈਗਾ ਉਹਦੇ ਮੁਕਾਬਲੇ ਤੇ ਸਰਕਾਰੀ ਮੰਡੀ ਜਿਉਂਦੀ ਰਹੇ। ਨੰਬਰ 2, ਉਹਨਾਂ ਜਿਹੜੇ ਆਰਡੀਨੈਂਸ ਨੇ ਉਹਨਾਂ ਦੇ ਵਿੱਚ ਲਿਖਿਆ ਗਿਆ ਹੈ, ਇਹ ਨਹੀਂ ਲਿਖਿਆ ਗਿਆ ਕਿ ਕਾਰਪੋਰੇਟ ਵੀ ਆ ਸਕਦਾ ਹੈ, ਪਰ ਕੋਆਪਰੇਟਿਵ ਵੀ ਹੋ ਸਕਦਾ ਹੈ। ਸਰਕਾਰ ਕਿਸਾਨਾਂ ਦੀ ਮਦਦ ਕਰੇ। ਕੋਆਪਰੇਟਿਵ ਸੁਸਾਇਟੀਆਂ ਨੇ ਜਿਹੜੀਆਂ, ਉੱਥੇ ਰਾਜਨੀਤੀ ਬੰਦ ਕਰਕੇ ਉਹਨਾਂ ਸਾਰੀਆਂ ਕੋਆਪਰੇਟਿਵ ਸੁਸਾਇਟੀਆਂ ਤੇ ਸਰਕਾਰੀ ਵਿਭਾਗਾਂ ਨੂੰ ਇਸ ਪਾਸੇ ਵੱਲ ਲਾਇਆ ਜਾਵੇ ਕਿ ਜਿਹੜਾ ਮੰਡੀਕਰਨ ਹੈ ਉਹ ਸੁਚੱਜੇ ਤਰੀਕੇ ਦੇ ਨਾਲ ਹੋਵੇ। ਪੰਜਾਬ ਦਾ ਮਾਰਕਫੈਡ ਵਿਭਾਗ, ਪੰਜਾਬ ਐਗਰੀ ਐਕਸਪੋਰਟ ਜਾਂ ਹੋਰ ਜਿੰਨੇ ਵੀ ਡਿਪਾਰਟਮੈਂਟ ਨੇ, ਉਹ ਅਗਰ ਪੂਰਨ ਤੌਰ ਤੇ ਕੰਮ ਕਰਨਗੇ ਤਾਂ ਮੈਂ ਦਾਅਵੇ ਨਾਲ ਕਹਿਣਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਮਾਰਨ ਵਾਸਤੇ ਜਿੰਨੇ ਆਰਡੀਨੈਂਸ ਵੀ ਲਿਆਵੇ, ਅਸੀਂ ਉਹਦਾ ਮੁਕਾਬਲਾ ਕਰਨ ਵਾਸਤੇ ਤਿਆਰ ਹਾਂ। 5 ਮਿੰਟ ਦਾ ਸਮਾਂ ਤੁਹਾਡਾ ਹੋਰ ਲਵਾਂਗਾ। ਮੈਂ ਚਾਹੂੰਗਾ ਕਿ ਪੁਆਇੰਟ ਟੂ ਪੁਆਇੰਟ ਜਵਾਬ ਦੇਣ ਦੀ ਕੋਸ਼ਿਸ਼ ਕਰਿਓ। ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਲੜਨ ਜਾ ਰਹੇ ਹੋ ਫਿਰ? ਦੇਖੋ, ਸਵਾਲ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਸਰਕਾਰ ਦੇ ਮੂਹਰੇ ਏਜੰਡਾ ਰੱਖਾਂਗੇ, ਇਸ ਸਰਕਾਰ ਨੂੰ ਕੰਮ ਕਰਨ ਵਾਸਤੇ ਕਹਾਂਗੇ। ਕਿਉਂਕਿ ਲੋਕ ਏਜੰਡਾ ਰੱਖਦੇ ਆ, ਲੇਕਿਨ ਉਸ ਦੇ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਆਪਦੀ ਗੱਲ ਮਨਵਾਉਣੀ ਹੈ, ਗੱਲ ਰਖਵਾਉਣੀ ਹੈ ਸਹੀ ਤਰੀਕੇ ਦੇ ਨਾਲ, ਤੇ ਵਿਧਾਨ ਸਭਾ ਦੇ ਵਿੱਚ ਜਾਂ ਸੰਸਦ ਦੇ ਵਿੱਚ ਤੁਹਾਡੇ ਮੈਂਬਰ ਹੋਣੇ ਜ਼ਰੂਰੀ ਹੈ, ਤਾਂ ਤੁਹਾਡੀ ਗੱਲ ਤੁਸੀਂ ਸੁਚੱਜੇ ਢੰਗ। ਮੇਰੀ ਬੇਨਤੀ ਸੁਣੋ, ਅਸੀਂ ਸਰਕਾਰ ਦੇ ਮੂਹਰੇ ਏਜੰਡਾ ਰੱਖਾਂਗੇ, ਉਹਨੂੰ 2-2.5 ਮਹੀਨੇ ਦਾ ਵਕਤ ਦਿਆਂਗੇ। ਅਗਰ ਉਹ ਨਹੀਂ ਕਰਨਗੇ ਤਾਂ ਫਿਰ ਰਾਜਨੀਤਿਕ ਸੰਗਠਨ ਦੇ ਵਿੱਚ ਇਹਨੂੰ ਤਬਦੀਲ ਕਰਾਂਗੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਲੋਕਾਂ ਦੀ ਰਾਏ ਦੇ ਨਾਲ, ਜੇ ਲੋਕ ਇਸ ਗੱਲ ਤੇ ਸਹਿਮਤ ਹੋਣਗੇ ਕਿ ਸਾਨੂੰ ਰਾਜਨੀਤਿਕ ਸੰਗਠਨ 'ਚ ਇਹਨੂੰ ਬਦਲਣਾ ਚਾਹੀਦਾ ਤੇ ਅਸੀਂ ਹਰ ਹਾਲਤ 'ਚ ਬਦਲਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਕਿਸੇ ਵੀ ਪਾਰਟੀ ਲਈ ਨੌਜਵਾਨ ਪੀੜ੍ਹੀ ਹੈ, ਤਜਰਬੇਕਾਰ ਲੋਕ, ਉਮਰਦਰਾਜ਼ ਲੋਕ ਤਾਂ ਚਾਹੀਦੇ ਹੀ ਹੈ, ਪਰ ਨੌਜਵਾਨ ਜਿਹੜੇ ਆ ਉਹ ਵੀ ਰੀੜ੍ਹ ਦੀ ਹੱਡੀ ਹੁੰਦੇ ਆ। ਪਰ ਪਿਛਲੇ ਸਮੇਂ ਦੇ ਵਿੱਚ ਦੇਖਿਆ, ਜਿਹੜੀਆਂ ਪਾਰਟੀਆਂ ਬਣੀਆਂ ਨੇ ਜਾਂ ਜਿਹੜੇ ਲੋਕ ਅੱਡ ਹੋਏ, ਉਹਨਾਂ ਦੇ ਨਾਲ ਨੌਜਵਾਨ ਘੱਟ ਸੀਗੇ। ਪੁਰਾਣੇ ਬਜ਼ੁਰਗ ਜਾਂ ਤਜਰਬੇਕਾਰ ਲੋਕ ਤਾਂ ਹੈਗੇ, ਪਰ ਨੌਜਵਾਨ ਉਹਨਾਂ ਦੇ ਵਿੱਚ ਨਜ਼ਰ ਨਹੀਂ ਆਏ। ਤੁਹਾਡੇ ਨਾਲ ਹੈਗੇ ਨੇ ਨੌਜਵਾਨ? ਲੋਕ ਅਧਿਕਾਰ ਲਹਿਰ ਦੇ ਨਾਲ ਨੌਜਵਾਨ ਪੂਰੀ ਤਰ੍ਹਾਂ ਖੜ ਰਹੇ ਨੇ। ਫਰਵਰੀ ਮਾਰਚ ਦੇ ਮਹੀਨੇ ਦੇ ਵਿੱਚ ਤਕਰੀਬਨ 6 ਜ਼ਿਲ੍ਹਿਆਂ ਦੇ 30 ਕਾਲਜਾਂ ਦੇ ਵਿੱਚ ਵਿਜ਼ਿਟ ਕਰਕੇ ਉੱਥੋਂ ਦੇ ਨੌਜਵਾਨਾਂ ਨੂੰ ਨਾਲ ਜੋੜਿਆ। ਉਹ ਅੱਜ ਵੀ ਮੇਰੇ ਨਾਲ ਜੁੜੇ ਹੋਏ ਨੇ ਔਰ ਲੋਕ ਅਧਿਕਾਰ ਲਹਿਰ ਦੇ ਨਾਲ ਜੁੜੇ ਹੋਏ ਨੇ। ਸੋ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਅਗਵਾਈ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ। ਜਿਹੜੇ ਬਜ਼ੁਰਗ ਨੇ ਉਹ ਮਾਰਗਦਰਸ਼ਨ ਕਰਨਗੇ। ਅਸੀਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ NGOs ਨੂੰ, ਪੰਜਾਬ ਦੇ ਮੁਲਾਜ਼ਮਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਉਹ ਮੈਦਾਨ 'ਚ ਆਉਣ ਔਰ ਖੁਦ ਲੀਡਰ ਬਣਨ। ਨੌਜਵਾਨ ਤਾਂ ਵਿਦੇਸ਼ਾਂ ਵੱਲ ਮੂਵ ਕਰ ਰਹੇ ਆ। ਪਿਛਲੇ ਦਿਨੀ ਇੱਕ ਇੰਟਰਵਿਊ ਕੀਤਾ ਸੀ ਇੱਕ ਕਿਸਾਨ ਦਾ, ਉਹਨਾਂ ਦਾ ਬੇਟਾ ਜਿਹੜਾ ਕਿ 1 ਸਾਲ ਤੋਂ ਖੇਤੀ 'ਚ ਹੱਥ ਵਡਾ ਰਿਹਾ ਸੀ, ਉਹ ਕਹਿੰਦਾ ਕਿ ਕਿਸਾਨ ਨੂੰ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਜੀ ਵਾਟਰ ਲੈਵਲ ਡਾਊਨ ਜਾ ਰਿਹਾ, ਤੁਸੀਂ ਮੱਕੀ ਜਾਂ ਝੋਨੇ ਦਾ ਬਦਲ ਲੱਭੋ। ਅਸੀਂ ਝੋਨਾ ਛੱਡ ਕੇ ਅਸੀਂ ਮੱਕੀ ਬੀਜਣੀ ਸ਼ੁਰੂ ਕੀਤੀ, ਪਰ ਸਾਨੂੰ ਮੁੱਲ ਹੀ ਨਹੀਂ ਮਿਲ ਰਿਹਾ ਫਸਲ ਦਾ, ਤਾਂ ਫਿਰ ਅਸੀਂ ਦੁਬਾਰਾ ਫਿਰ ਝੋਨਾ ਲਾਉਣਾ ਸ਼ੁਰੂ ਕਰਤਾ। ਉਹ ਕਹਿੰਦਾ ਕਿ ਜੇ ਇਹੀ ਚੀਜ਼, ਇਹੀ ਕੰਮ ਮੈਂ ਵਿਦੇਸ਼ ਜਾ ਕੇ ਕਰਾਂ ਤਾਂ ਮੈਂ ਇੱਥੋਂ ਨਾਲੋਂ 5 ਗੁਣਾ ਜ਼ਿਆਦਾ ਕਮਾਈ ਕਰ ਸਕਦਾ, ਕਿਉਂ ਰਵਾਂ ਪੰਜਾਬ ਦੇ ਵਿੱਚ? ਦੇਖੋ, ਇਹੀ ਗੱਲ ਤਾਂ ਸੋਚਣ ਵਾਲੀ ਹੈ ਕਿ ਪੰਜਾਬ ਦੇ ਵਿੱਚ ਜੇ ਇੱਕ ਵਧੀਆ ਲੋਕਾਂ ਦੀ ਸਰਕਾਰ ਹੋਵੇਗੀ ਤਾਂ ਪੰਜਾਬ 'ਚ ਸਾਰਾ ਕੁਝ ਸੰਭਵ ਹੈ। ਅਸੀਂ ਸਰਕਾਰ ਤੋਂ ਮੰਗ ਕੀਤੀ ਹੈ, ਉਹ ਜਿਹੜੇ 11 ਨੁਕਤੇ ਨੇ, ਕਿ ਤੁਸੀਂ ਵਿਧਾਨ ਸਭਾ 'ਚ ਬਿੱਲ ਲੈ ਕੇ ਆਓ ਕਿ ਜਿਹੜੇ ਲੋਕ
ਕਰਪਟ ਨੇ, ਕਰਪਸ਼ਨ ਕਰਦੇ ਨੇ, ਉਹਨਾਂ ਤੇ ਸਪੈਸ਼ਲ ਕੋਰਟਾਂ ਦੇ ਵਿੱਚ ਮੁਕੱਦਮੇ ਚਲਾਏ ਜਾਣ, 1 ਸਾਲ 'ਚ ਫੈਸਲਾ ਹੋਵੇ ਤੇ ਉਹਨਾਂ ਦੀ ਨਜਾਇਜ਼ ਜਾਇਦਾਦ ਜਿਹੜੀ ਚੱਲ ਤੇ ਚੱਲ ਹੈ ਉਹਦੀ ਨਿਲਾਮੀ ਕਰਕੇ ਪੈਸਾ ਸਰਕਾਰ ਦੇ ਖਾਤੇ 'ਚ ਪਾਇਆ ਜਾਵੇ। ਠੀਕ ਹੈ, ਜੇ ਅੱਜ ਇਹ ਹੋ ਜਾਂਦਾ ਹੈ ਤਾਂ ਮੈਂ ਦਾਅਵੇ ਨਾਲ ਕਹਿਣਾ ਕਿ ਪੰਜਾਬ ਦੇ ਵਿੱਚ 250 ਤੋਂ ਵੱਧ ਲੋਕ ਨੇ ਜਿਨ੍ਹਾਂ ਨੇ ਬੇਸ਼ੁਮਾਰ ਲੁੱਟਿਆ ਪੰਜਾਬ ਨੂੰ। ਪਹਿਲੇ 10 ਲੋਕਾਂ ਦੇ ਨਾਲ ਹੀ ਤੁਹਾਡਾ ਖਜ਼ਾਨਾ ਜਿਹੜਾ ਹੈਗਾ ਉਹ ਭਰਪੂਰ ਹੋ ਸਕਦਾ। 10 ਲੋਕ ਕਿਹੜੇ ਨੇ? ਉਹ ਤਾਂ ਜਦੋਂ ਲਿਸਟਾਂ ਬਣਨਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਪਤਾ ਲੱਗੇਗਾ। 10 ਲੋਕ ਉਹੀ ਨੇ ਜਿਨ੍ਹਾਂ ਤੇ ਪਹਿਲਾਂ ਮੁਕੱਦਮੇ ਦਰਜ ਹੁੰਦੇ ਆ, ਬਾਅਦ ਦੇ ਵਿੱਚ ਦੂਜੀ ਸਰਕਾਰ। ਇਹ ਫੰਡਾ ਨਹੀਂ ਸਮਝ ਆ ਰਿਹਾ, ਇਹ ਹੈ ਕੀ ਹੈ ਫੰਡਾ? ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਕਿਹਾ ਜਾਂਦਾ ਹੈ ਕਿ ਜੀ ਇਹ ਫਲਾਨਾ ਤਸਕਰ ਹੈ, ਫਲਾਨਾ ਇਹ ਹੈ, ਇਸ ਦੇ ਨਾਲ ਸੰਬੰਧ ਹੈ। ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਉਸ ਚੀਜ਼ ਨੂੰ ਪੂਰਾ ਤੁਲ ਦਿੱਤਾ ਜਾਂਦਾ। ਇਲੈਕਸ਼ਨ ਜਿੱਦਾਂ ਹੀ ਨਿਪਟੇ, ਸਰਕਾਰ ਬਣ ਗਈ ਦੂਸਰੀ ਪਾਰਟੀ ਦੀ, ਮੁੱਦਾ ਹੀ ਗਾਇਬ। ਦੇਖੋ, ਇੱਕ ਨੂਰਾ ਕੁਸ਼ਤੀ ਲੜੀ ਜਾਂਦੀ ਆ। ਉਹੀ ਮੈਂ ਕਿਹਾ ਨਾ ਕਿ ਇਹ ਪੋਲੀਟੀਕਲ ਪਾਰਟੀਆਂ ਅੰਦਰੋਂ ਇੱਕ ਦੂਜੇ ਦੇ ਨਾਲ ਇੱਕ ਮਿੱਕ ਨੇ, ਬਾਹਰੋਂ ਨੂਰਾ ਕੁਸ਼ਤੀ ਲੜ ਕੇ ਇੱਕ ਲੜਾਈ ਬਣਾ ਕੇ ਤੁਹਾਡੇ ਜਜ਼ਬਾਤਾਂ ਨੂੰ ਭੜਕਾ ਕੇ। ਹੁਣ ਮਿਸਾਲ ਦੇ ਤੌਰ ਤੇ ਅੱਜ ਦੇਸ਼ 'ਚ ਇੱਕ ਫਿਰਕਾ ਪ੍ਰਸਤ ਰਾਜਨੀਤੀ ਚੱਲ ਰਹੀ ਹੈ। ਇਹ ਰਾਜਨੀਤੀ ਪਹਿਲੀਆਂ ਸਰਕਾਰਾਂ ਨੇ ਵੀ ਕੀਤੀ ਹੈ, ਮੌਜੂਦਾ ਸਰਕਾਰ ਵੀ ਕਰ ਰਹੀ ਹੈ। ਪਰੰਤੂ ਫਿਰਕਾ ਪ੍ਰਸਤ ਰਾਜਨੀਤੀ ਨੂੰ ਜੇ ਤੁਸੀਂ ਟੱਕਰ ਦੇਣੀ ਹੈ ਤਾਂ ਉਹ ਲੋਕਾਂ ਦੀਆਂ ਬੁਨਿਆਦੀ ਲੋੜਾਂ ਤੇ ਸੰਵਿਧਾਨਕ ਹੱਕਾਂ ਦੀ ਰਾਜਨੀਤੀ ਕਰਕੇ ਦਿੱਤੀ ਜਾ ਸਕਦੀ ਹੈ, ਜਿਹਦੀ ਕੋਸ਼ਿਸ਼ ਲੋਕ ਅਧਿਕਾਰ ਲਹਿਰ ਕਰ ਰਹੀ ਹੈ। ਦੇਖੋ ਵਿਕਰਮ ਜੀ, ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਪੰਜਾਬੀਆਂ ਨੇ 80% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਅਗਰ ਪੰਜਾਬ ਦੇ ਵਿੱਚ ਇੱਕ ਅੱਛੀ ਰਾਜਨੀਤੀ ਸ਼ੁਰੂ ਹੋ ਜਾਏਗੀ ਤਾਂ ਪੂਰੇ ਭਾਰਤ ਨੂੰ ਜਿਹੜਾ ਹੈਗਾ ਇੱਕ ਆਰਥਿਕ ਆਜ਼ਾਦੀ ਤੇ ਇੱਕ ਸੁਚੱਜੀ ਰਾਜਨੀਤੀ ਦਾ ਸੁਨੇਹਾ ਵੀ ਪੰਜਾਬ 'ਚੋਂ ਦਿੱਤਾ ਜਾਏਗਾ। ਔਰ ਪੰਜਾਬੀਆਂ ਨੇ ਸਾਬਤ ਕਰ ਦਿੱਤਾ 2014 ਦੇ ਵਿੱਚ ਆਮ ਆਦਮੀ ਪਾਰਟੀ ਨੂੰ 4 ਸੀਟਾਂ ਦੇ ਕੇ। ਹੁਣ ਸਵਾਲ ਤਾਂ ਇਹ ਸੀਗਾ ਵੀ ਉਸ ਵੇਲੇ ਜਿਹੜੀ ਪੁਰਾਣੀ ਸ਼ਰਾਬ ਸੀ ਉਹ ਨਵੀਆਂ ਬੋਤਲਾਂ 'ਚ ਪਾਈ ਗਈ। ਖੰਗਰ ਇੱਟਾਂ ਨੂੰ ਇਕੱਠੇ ਕਰਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਗੈਰ ਕੋਈ ਅੰਦੋਲਨ ਕੀਤੇ ਤੋਂ, ਬਗੈਰ ਨੇਤਾ ਲੱਭੇ ਤੋਂ ਇੱਕ ਗੱਠਜੋੜ ਬਣਾ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਜਿਹੜੀ ਸੀਗੀ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਇੱਧਰੋਂ ਬੰਦਾ ਲੈ ਲਿਆ, ਉੱਧਰੋਂ ਲੈ ਲਿਆ। ਠੀਕ ਹੈ, ਪਰ ਪੰਜਾਬ ਦੇ ਲੋਕਾਂ ਨੇ ਜਿਹੜਾ ਸੀਗਾ ਉਹਨੂੰ ਪੂਰੀ ਤਰ੍ਹਾਂ ਹੰਗਾਰਾ ਦਿੱਤਾ, ਪੂਰੇ ਭਾਰਤ ਨਾਲੋਂ ਵੱਖਰਾ। ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਹੈ ਇਹ ਪੂਰੇ ਭਾਰਤ ਦੇ ਲਈ ਜਿਹੜਾ ਮਾਰਗਦਰਸ਼ਕ ਦਾ ਕੰਮ ਕਰੇਗਾ ਔਰ ਲੋਕ ਅਧਿਕਾਰ ਲਹਿਰ ਹੈ ਜਿਹੜੀ ਉਹ ਪੰਜਾਬੀਆਂ ਨੂੰ ਨਾਲ ਲੈ ਕੇ ਇਹ ਖੁਸ਼ਨਸੀਬੀ ਹਾਸਲ ਕਰੇਗੀ ਕਿ ਪੰਜਾਬ ਦੇ ਵਿੱਚ ਔਰ ਪੂਰੇ ਭਾਰਤ ਦੇ ਵਿੱਚ ਇੱਕ ਨਵੀਂ ਰਾਜਨੀਤੀ ਦੀ ਜਿਹੜੀ ਹੈਗੀ ਆ ਉਹ ਸ਼ੁਰੂਆਤ ਹੋਵੇ। ਉਮੀਦ ਕਰਦੇ ਹਾਂ ਕਾਮਯਾਬ ਹੋਵੋਗੇ। ਔਰ ਕੋਈ ਆਖਰੀ ਮੈਸੇਜ ਦੇਣਾ ਚਾਹੋ ਤਾਂ ਦਰਸ਼ਕਾਂ ਨੂੰ ਦੇ ਸਕਦੇ ਹੋ। ਬਸ ਬੇਨਤੀ ਇਹੀ ਹੈ ਕਿ ਪੰਜਾਬ ਦੇ ਜਿੰਨੇ ਵੀ ਵਰਗ ਨੇ ਉਹ ਸਾਰੇ ਇਕੱਠੇ ਹੋਣ। ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ, ਦਲਿਤ, ਜਰਨਲ ਸਾਰੇ ਇਕੱਠੇ ਹੋਣ, ਕਿਉਂਕਿ ਸਾਡੇ ਦੁੱਖ ਸਾਂਝੇ ਨੇ, ਸਾਡੇ ਸੰਵਿਧਾਨਕ ਹੱਕ ਸਾਂਝੇ ਨੇ। ਐਜੂਕੇਸ਼ਨ ਸਭ ਨੂੰ ਚਾਹੀਦੀ ਹੈ, ਹੈਲਥ ਸਭ ਨੂੰ ਚਾਹੀਦੀ ਹੈ, ਰੁਜ਼ਗਾਰ ਸਭ ਨੂੰ ਚਾਹੀਦਾ ਹੈ। ਸੋ ਮੇਰੀ ਬੇਨਤੀ ਇਹੀ ਹੈ ਕਿ ਲੋਕ ਅਧਿਕਾਰ ਲਹਿਰ ਦੇ ਨਾਲ ਜੁੜੋ। ਮੇਰਾ ਨੰਬਰ ਜਿਹੜਾ ਹੈਗਾ ਉਹ 8146696144 ਹੈ। ਤੁਸੀਂ ਮੈਨੂੰ ਕਿਸੇ ਵੇਲੇ ਵੀ ਫੋਨ ਕਰ ਸਕਦੇ ਹੋ ਔਰ ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ ਉਹਦੇ ਨਾਲ ਚੱਲ ਰਹੇ ਕਿਸੇ ਵੀ ਬੰਦੇ ਨਾਲ ਗੱਲ ਕਰਕੇ ਇਸ ਲਹਿਰ ਦੇ ਨਾਲ ਜੁੜ ਸਕਦੇ ਹੋ, ਇਹਦੀ ਅਗਵਾਈ ਕਰ ਸਕਦੇ ਹੋ, ਸਾਡੇ ਕਾਫਲੇ 'ਚ ਅੱਗੇ ਚੱਲ ਸਕਦੇ ਹੋ, ਸੱਜੇ ਚੱਲ ਸਕਦੇ ਹੋ, ਖੱਬੇ ਚੱਲ ਸਕਦੇ ਹੋ। ਸੋ ਸਾਨੂੰ ਸਾਰੇ ਪੰਜਾਬੀਆਂ ਨੂੰ ਜਿਹੜਾ ਹੈਗਾ ਆਪਣੇ ਪੰਜਾਬ ਨੂੰ ਬਚਾਉਣ ਲਈ ਹੁਣ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਪੰਜਾਬ ਨੂੰ ਨਹੀਂ ਬਚਾਉਣਾ, ਕੋਈ ਇਕੱਲਾ ਕਹਿਰਾ ਲੀਡਰ ਨਹੀਂ ਬਚਾ ਸਕਦਾ। ਪੰਜਾਬ ਦੇ ਲੋਕ ਜਾਗ ਪੈਣ ਤਾਂ ਪੰਜਾਬ ਬਚ ਸਕਦਾ ਹੈ। ਇਹੀ ਮੇਰੀ ਬੇਨਤੀ ਹੈ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੂਲ ਮੰਚ ਦੇ ਕਨਵੀਨਰ ਸਰਦਾਰ ਬਲਵਿੰਦਰ ਸਿੰਘ ਸਾਡੇ ਨਾਲ ਮੌਜੂਦ ਸਨ, ਜਿਨ੍ਹਾਂ ਨੇ तमाम ਗੱਲਾਂ ਰੱਖੀਆਂ ਨੇ ਲੋਕ ਅਧਿਕਾਰ, ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਜੋ ਇਹਨਾਂ ਨੇ ਲਹਿਰ ਦੀ ਸ਼ੁਰੂਆਤ ਕਰਨੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਪਿਛਲੇ ਸਮੇਂ ਤੋਂ ਹਾਲਾਂਕਿ ਕੋਸ਼ਿਸ਼ਾਂ ਚੱਲ ਰਹੀਆਂ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਅਧਿਕਾਰਾਂ ਨੂੰ ਲੈ ਕੇ ਇਹ ਸ਼ੁਰੂਆਤ ਕਰਨ ਜਾ ਰਹੇ ਨੇ, ਲਹਿਰ ਚਲਾਉਣ ਜਾ ਰਹੇ ਨੇ, ਜਿਸ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਇਹਨਾਂ ਨੇ ਕਿ ਪੰਜਾਬ ਦੇ ਲੋਕ ਵੀ ਜੁੜਨ। ਦੇਖਣਾ ਇਹ ਹੈ ਕਿ ਪੰਜਾਬ ਦੇ ਲੋਕ ਕਿਸ ਤਰ੍ਹਾਂ ਦਾ ਹੁੰਗਾਰਾ ਦਿੰਦੇ ਆ, ਕਿਉਂਕਿ ਪੰਜਾਬ ਦੇ ਲੋਕ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਦਿੱਤਾ ਸੀਗਾ ਪੰਜਾਬ ਦੇ ਲੋਕਾਂ ਨੇ, ਪਰ ਸ਼ਾਇਦ ਕਾਮਯਾਬ ਨਹੀਂ ਹੋ ਪਾਈ ਆਮ ਆਦਮੀ ਪਾਰਟੀ ਵੀ। ਜਿਸ ਪੱਧਰ ਤੇ ਕਾਮਯਾਬੀ ਉਹਨਾਂ ਨੂੰ ਚਾਹੀਦੀ ਸੀ, ਜਿਸ ਪੱਧਰ ਤੇ ਲੋਕਾਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਸੀ, ਸ਼ਾਇਦ ਕਮੀਆਂ ਰਹੀਆਂ ਨੇ ਇਸੇ ਵਜ੍ਹਾ ਦੇ ਨਾਲ। ਪਰ ਇਹਨਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਨੂੰ ਟੱਚ ਕਰ ਰਹੇ ਨੇ, ਲੋਕਾਂ ਤੱਕ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਆਮ ਲੋਕ
ਹਰ ਪਿੰਡ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਆਮ ਲੋਕ ਵੀ ਇਹਨਾਂ ਦੇ ਨਾਲ ਜੁੜਨ, ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਪੋਲੀਟੀਕਲ ਪਾਰਟੀ ਦੀ ਵੀ ਐਂਟਰੀ ਹੋ ਸਕੇ। ਹੋਰ तमाम ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ। ਧੰਨਵਾਦ।